विचारिता परोपकारी विद्या विचारिता परोपकारी। ਤੁਹਾਡੇ ਸਨਮੁਖ ਪੇਸ਼ ਕਰਵਾ ਰਿਹਾ। ਉਹਨਾਂ ਨੇ ਮੁੱਖ ਸੁਰ ਭਾਸ਼ਣ ਜਿਹੜਾ ਹੈ ਉਹ ਇਸ ਕਹਾਣੀ ਸੰਗ੍ਰਹਿ ਦੇ ਉੱਪਰ ਪੇਸ਼ ਕਰਨਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਵਿੱਚ ਪ੍ਰੋਫੈਸਰ ਨੇ ਔਰ ਬਹੁਤ ਹੀ ਖੂਬਸੂਰਤ ਤੇ ਖੂਬਸੀਰਤ ਸ਼ਖਸੀਅਤ ਦੇ ਮਾਲਕ ਨੇ ਡਾਕਟਰ ਗੁਰਮੁਖ ਸਿੰਘ। ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਉਹ ਇਸ ਵਿਸ਼ੇ ਦੇ ਉੱਤੇ ਆਪਣਾ ਜਿਹੜਾ ਹੈ ਮੁੱਖ ਸੁਰ ਭਾਸ਼ਣ ਆਪ ਸਭ ਦੇ ਨਾਲ ਸਾਂਝਾ ਕਰਨ। ਡਾਕਟਰ ਗੁਰਮੁਖ ਸਿੰਘ ਜੀ। ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਹਰਸਿਮਰਨ ਰੰਧਾਵਾ ਹੋਰਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਕੁਝ ਨਵਾਂ ਪੜ੍ਹਨ ਦਾ ਤੇ ਅੱਜ ਇਸ ਗੋਸ਼ਟੀ ਵਿੱਚੋਂ ਸਿੱਖਣ ਦਾ ਮੌਕਾ ਮਿਲੂਗਾ। ਤੇ ਮੇਰੀ ਡਾਕਟਰ ਪਰਮਿੰਦਰ ਸਿੰਘ ਤੱਗੜ ਹੋਰਾਂ ਨੂੰ ਇਸ ਗੱਲ ਦੀ ਮੁਬਾਰਕਬਾਦ ਕਿ ਉਹਨਾਂ ਨੇ ਇਹ ਗੋਸ਼ਟੀ ਦਾ ਆਯੋਜਨ ਕੀਤਾ। ਥੈਂਕ ਯੂ। ਇਸ ਸਭਾ ਦੇ ਵਿੱਚ ਬਹੁਤ ਵੱਡੀਆਂ ਸ਼ਖਸੀਅਤਾਂ ਤੇ ਬਹੁਤ ਪਿਆਰੇ ਦੋਸਤ ਬੈਠੇ ਨੇ। ਮੇਰਾ ਸਾਰਿਆਂ ਨੂੰ ਦਰਜਾ ਬਦਰਜਾ ਪਿਆਰ ਤੇ ਸਤਿਕਾਰ। ਸਾਰਿਆਂ ਦਾ ਨਾਂ ਲੈਣਾ ਕਾਫੀ ਨਾਂ ਨੇ, ਟਾਈਮ ਹੀ ਜ਼ਿਆਦਾ ਲੱਗੂਗਾ, ਭਾਵਨਾ ਮੇਰੀ ਪਹੁੰਚ ਜਾਣੀ ਹੈ। ਇਹ ਮੁੱਖ ਸੁਰ ਭਾਸ਼ਣ ਦੇਣਾ ਸੀ ਡਾਕਟਰ ਹਰਚੰਦ ਸਿੰਘ ਬੇਦੀ ਹੋਰਾਂ ਨੇ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਥੋੜੇ ਬਿਮਾਰ ਹੋ ਗਏ ਤੇ ਨਹੀਂ ਆ ਸਕੇ ਤੇ ਜ਼ਿੰਮੇਵਾਰੀ ਮੇਰੀ ਲੱਗ ਗਈ ਤੇ ਉਹਨਾਂ ਦੀ ਕਮੀ ਤਾਂ ਮੈਂ ਬਿਲਕੁਲ ਪੂਰੀ ਨਹੀਂ ਕਰ ਸਕੂੰਗਾ। ਹਮੇਸ਼ਾ ਉਹਨਾਂ ਨੂੰ ਸੁਣਨ ਦਾ ਬਹੁਤ ਨਿੱਘੇ ਇਨਸਾਨ ਨੇ, ਬਹੁਤ ਲਾਇਕ ਚਿੰਤਕ ਨੇ, ਚਾਅ ਰਹਿੰਦਾ। ਮੇਰੀ ਤਿਆਰੀ ਵੀ ਉਸ ਤਰ੍ਹਾਂ ਨਹੀਂ ਸੀ, ਪਰ ਫਿਰ ਵੀ ਮੈਂ ਜਿਸ ਤਰ੍ਹਾਂ ਇਸ ਕਿਤਾਬ ਨੂੰ ਦੇਖਿਆ, ਪੜ੍ਹਿਆ, ਮਹਿਸੂਸ ਕੀਤਾ, ਉਹ ਮੈਂ ਤੁਹਾਡੇ ਨਾਲ ਜ਼ਰੂਰ ਇੱਥੇ ਸਾਂਝਾ ਕਰਨ ਜਾ ਰਿਹਾ। ਇਸ ਕਿਤਾਬ ਨੂੰ ਪੜ੍ਹਦੇ ਹੋਏ ਸਭ ਤੋਂ ਪਹਿਲਾਂ ਤਾਂ ਇੱਕ ਸਧਾਰਨ ਪਾਠਕ ਵਜੋਂ ਮੈਂ ਕੀ ਅਨੁਭਵ ਕੀਤਾ, ਕਿਉਂਕਿ ਪਹਿਲੀ ਵਾਰ ਤੁਸੀਂ ਬਿਲਕੁਲ ਸਧਾਰਨ ਪਾਠਕ ਹੁੰਦੇ ਹੋ, ਫਿਰ ਤੁਸੀਂ ਦੂਜੀ ਵਾਰ ਜਦੋਂ ਪੜ੍ਹਦੇ ਹੋ ਫਿਰ ਇੱਕ ਚਿੰਤਕ ਵਜੋਂ ਪੜ੍ਹਦੇ ਹੋ। ਤਾਂ ਮੈਂ ਜਦੋਂ ਪਹਿਲੀ ਵਾਰ ਇਸ ਕਿਤਾਬ ਚੋਂ ਗੁਜ਼ਰ ਰਿਹਾ ਸੀ ਤਾਂ ਮੈਨੂੰ ਇੱਕ ਖਾਸ ਕਿਸਮ ਦਾ ਸੱਚੀ ਮੁੱਚੀ ਸਕੂਨ ਹਾਸਲ ਹੋਇਆ, ਇੱਕ ਭਰਪੂਰਤਾ ਨੂੰ ਮਾਣਿਆ ਮੈਂ। ਤੇ ਇਹ ਵੀ ਮਹਿਸੂਸ ਕੀਤਾ ਕਿ ਇਹਨਾਂ ਕਹਾਣੀਆਂ ਵਿੱਚ ਪਾਠਕ ਨੂੰ ਨਾਲ ਤੋਰੀ ਰੱਖਣ ਦੀ ਤਾਕਤ ਹੈਗੀ ਆ। ਤੁਹਾਨੂੰ ਕਿਤੇ ਵੀ ਅਕਾਊਪਣ ਮਹਿਸੂਸ ਨਹੀਂ ਹੁੰਦਾ ਹੈਗਾ, ਨਾ ਕਿਤੇ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਆਹ ਕੀ ਕਰਤਾ, ਕੋਈ ਬਹੁਤ ਵੱਡੀ ਗਲਤੀ ਕਰਤੀ ਜਾਂ ਭਾਸ਼ਾ ਦੀ ਗਲਤੀ ਕਰਤੀ। ਤਾਂ ਮੈਂ ਪਹਿਲੀ ਵਾਰ ਪੜ੍ਹਦਿਆਂ ਮਤਲਬ ਇਹ ਤੋਂ ਗੁਜ਼ਰਦਾ ਗਿਆ ਤੇ ਮੇਰਾ ਜੀਅ ਕਰਦਾ ਰਿਹਾ ਕਿ ਮੈਂ ਅਗਲੀ ਕਹਾਣੀ ਪੜ੍ਹਾਂ। ਇਹਦੇ ਨਾਲ ਮੈਨੂੰ ਇਹ ਕਹਾਣੀਆਂ ਸ਼ਾਇਦ ਇਸ ਕਰਕੇ ਵੀ ਜ਼ਿਆਦਾ ਚੰਗੀਆਂ ਲੱਗੀਆਂ ਕਿ ਇਹਨਾਂ ਕਹਾਣੀਆਂ ਨੂੰ ਜਾਂ ਇਹਨਾਂ ਕਹਾਣੀਆਂ ਦੇ ਵਿੱਚ ਜਿਹੜੀ ਜ਼ਿੰਦਗੀ ਦੀ ਚੰਗਿਆਈ ਆ ਉਹਦੇ ਵਿੱਚ ਬਹੁਤ ਯਕੀਨ ਦਿਖਾਇਆ ਗਿਆ, ਪੇਸ਼ ਹੋਇਆ। ਤੇ ਕਿਉਂਕਿ ਚੰਗਿਆਈ ਆਪਣੇ ਆਪ ਦੇ ਵਿੱਚ ਖੂਬਸੂਰਤ ਹੁੰਦੀ ਹੈ ਤੇ ਖੂਬਸੂਰਤੀ ਤੁਹਾਨੂੰ ਆਕਰਸ਼ਿਤ ਕਰਦੀ ਹੈ, ਇਸ ਕਰਕੇ ਵੀ ਸ਼ਾਇਦ ਜ਼ਿੰਦਗੀ ਦੀ ਚੰਗਿਆਈ ਇਹਨਾਂ ਦੇ ਵਿੱਚ ਬਹੁਤ ਹੈ, ਗੁੱਡਨੈਸ ਬਹੁਤ ਹੈ, ਇਸ ਕਰਕੇ ਵੀ ਇਹ ਕਹਾਣੀਆਂ ਚੰਗੀਆਂ ਲੱਗੀਆਂ। ਜਿਵੇਂ ਮੈਂ ਜਦੋਂ ਇਹ ਗੱਲ ਕਹਿ ਹੀ ਰਿਹਾ ਤਾਂ ਮੇਰੇ ਮਨ ਦੇ ਵਿੱਚ ਜਿਹੜੀ ਮੁੱਲਦੀ ਤੀਵੀਂ ਕਹਾਣੀ ਆ ਉਹਦੀ ਪਾਤਰ ਜੀਤੋ ਯਾਦ ਆ ਜਾਂਦੀ ਆ ਤੇ ਕਿਸ ਤਰ੍ਹਾਂ ਉਹ ਵਿਕਦੀ ਆ ਜਾਂ ਕਿਸ ਤਰ੍ਹਾਂ ਉਹ ਜਾਂਦੀ ਆ, ਫਿਰ ਵੀ ਉਹਦੇ ਅੰਦਰ ਇੱਕ ਇਸ ਤਰ੍ਹਾਂ ਦਾ ਇਨਸਾਨ ਮੌਜੂਦ ਆ ਜਿਹੜਾ ਬਹੁਤ ਨਿੱਘਾ ਤੇ ਦੂਜੇ ਲਈ ਕੁਝ ਚੰਗਾ ਕਰਨਾ ਚਾਹੁੰਦਾ। ਇਸ ਕਰਕੇ ਉਹ ਕਹਿੰਦੀ ਹੈ ਕਿ ਜਦੋਂ ਪਿਆਰੇ ਨੂੰ ਛੱਡ ਕੇ ਜਾਣ ਲੱਗਦੀ ਹੈ ਕਿ ਪਿਆਰਿਆ ਮੈਂ ਤੇਰੇ ਵਰਗੇ ਸ਼ਰੀਫ ਦੇ ਨਹੀਂ ਬਚ ਸਕਦੀ, ਮੈਂ ਤੈਨੂੰ ਧੋਖਾ ਨਹੀਂ ਦੇਣਾ ਚਾਹੁੰਦੀ, ਤੂੰ ਆਪਣੇ ਪੈਸੇ ਖਰੇ ਕਰ ਲਾ। ਤੇ ਇਵੇਂ ਉਹ ਜਿਹੜਾ ਚਾਚਾ ਪਾਤਰ ਆ ਉਸ ਕਹਾਣੀ ਦਾ, ਮੈਂ ਪਾਤਰ ਦਾ ਚਾਚਾ ਜਿਹੜਾ, ਉਹ ਵੀ ਮਤਲਬ ਚੁੱਪਚਾਪ ਉਸ ਨੂੰ ਯਾਦ ਰੱਖਦਾ। ਤਾਂ ਇਹ ਜਿਹੜੀ ਗੁੱਡਨੈਸ ਆ, ਚੰਗਿਆਈ ਆ, ਉਹ ਮੈਨੂੰ ਇਸ ਕਹਾਣੀਆਂ ਨੇ ਬਹੁਤ ਉਹਦੇ ਵੱਲ ਆਪਣੇ ਵੱਲ ਆਕਰਸ਼ਿਤ ਕੀਤਾ। ਇਹ ਕਹਾਣੀਆਂ ਆਪਣੀ ਹੀ ਤਰ੍ਹਾਂ ਦੀਆਂ ਕਹਾਣੀਆਂ ਨੇ, ਹਰ ਕਹਾਣੀ ਆਪਣੀ ਤਰ੍ਹਾਂ ਦੀ ਹੁੰਦੀ ਹੈ ਤੇ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿ ਜਦੋਂ ਅਸੀਂ ਇਸ ਨੂੰ ਸਮਕਾਲੀ ਪੰਜਾਬੀ ਕਹਾਣੀ ਨਾਲ ਤੁਲਨਾਵਾਂਗੇ ਤਾਂ ਉਹ ਤੁਲਨਾ ਕਿਹਨਾਂ ਸੀਮਾਵਾਂ ਨਾਲ ਕਰਨੀ ਹੈ, ਕਿ ਉਹਨਾਂ ਦੀ ਤੁਲਨਾ ਦੇ ਵਿੱਚ ਅਸੀਂ ਇਸ ਕਹਾਣੀ ਨੂੰ ਕਿੱਥੇ ਤੱਕ ਜਾ ਕੇ ਕਹਿਣਾ ਕਿ ਕਹਾਣੀ ਚੰਗੀ ਹੈ ਜਾਂ ਕਹਾਣੀ ਇਹਦੇ ਵਿੱਚ ਇਹ ਕਮੀਆਂ ਨੇ। ਇਹਦੀ ਮਖਸੂਸੀਅਤ ਨੂੰ ਧਿਆਨ ਦੇ ਵਿੱਚ ਰੱਖਣਾ ਪਊਗਾ। ਮੈਂ ਸੋਚਦਾ ਸੀ ਕਿ ਮੈਨੂੰ ਇਹ ਕਹਾਣੀਆਂ ਇੱਕ ਉਸ ਬਜ਼ੁਰਗ ਦੀ ਤਰ੍ਹਾਂ ਲੱਗਦੀਆਂ ਨੇ ਜਿਹਦੇ ਕੋਲ ਜ਼ਿੰਦਗੀ ਦਾ ਖਾਸਾ ਅਨੁਭਵ ਆ ਤੇ ਸਮਝ ਆ, ਪਰ ਜਿਹੜਾ ਬਹੁਤ ਸਰਲ ਹੋ ਗਿਆ ਤਜਰਬਿਆਂ ਦੇ ਵਿੱਚੋਂ ਗੁਜ਼ਰਦਾ ਹੋਇਆ। ਉਸ ਦੀ ਸਰਲਤਾ ਤੇ ਸਹਿਜਤਾ ਅਕਸਰ ਕਮਜ਼ੋਰੀ ਲੱਗ ਸਕਦੀ ਹੈ, ਪਰ ਉਹ ਕਮਜ਼ੋਰੀ ਨਹੀਂ ਹੈਗੀ, ਸਗੋਂ ਉਹੀ ਸਰਲਤਾ ਤੇ ਸਹਿਜਤਾ ਉਹਦੀ ਪ੍ਰਾਪਤੀ ਵੀ ਆ। ਤੇ ਇਹ ਜਿਹੜੀ ਸਰਲਤਾ ਤੇ ਸਹਿਜਤਾ ਉਹ ਆਈ ਆ ਕਿ ਜਿਹੜਾ ਜੀਵਨ ਦਾ ਯਥਾਰਥ ਆ ਉਹਦੀ ਪ੍ਰਮਾਣਿਕਤਾ ਨਾਲ
ਜਦੋਂ ਉਹ ਪੇਸ਼ ਹੁੰਦਾ ਤਾਂ ਉੱਥੋਂ ਸਰਲਤਾ ਤੇ ਜਿਹੜੀ ਸਹਿਜਤਾ ਆਉਂਦੀ ਆ। ਤਾਂ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਕਹਾਣੀਆਂ ਕੋਲ ਜਾਵੋ, ਇਸ ਤਰ੍ਹਾਂ ਦੇ ਕਿਸੇ ਬਜ਼ੁਰਗ ਕੋਲ ਜਾਵੋ ਜਿਹਦੇ ਕੋਲ ਜ਼ਿੰਦਗੀ ਦਾ ਬਹੁਤ ਅਨੁਭਵ ਆ ਤੇ ਬਹੁਤ ਸਰਲ ਹੋ ਗਿਆ, ਤਾਂ ਪਾਠਕ ਨੂੰ ਵੀ ਤੇ ਗਾਂ ਚਿੰਤਕ ਨੂੰ ਵੀ ਇਹ ਜਾਂਚ ਹੋਣੀ ਚਾਹੀਦੀ ਆ ਕਿ ਉਹਨੇ ਇਸ ਬੰਦੇ ਨਾਲ ਸੰਵਾਦ ਕਿਵੇਂ ਕਰਨਾ, ਤੁਸੀਂ ਉਸ ਨੂੰ ਅਪਰੋਚ ਕਿਵੇਂ ਕਰਨਾ। ਤੋ ਜੋ ਤੁਹਾਨੂੰ ਆਉਂਦਾ, ਜਿਸ ਤਰ੍ਹਾਂ ਦਾ ਤੁਸੀਂ ਜਾਣਦੇ ਹੋ, ਉਸ ਨੂੰ ਉਸੇ ਰੂਪ ਦੇ ਵਿੱਚ ਲੈ ਕੇ, ਆਪਣੀ ਮਰਜ਼ੀ ਨਾਲ ਲੈ ਕੇ ਤੁਸੀਂ ਇਸ ਤਰ੍ਹਾਂ ਦੇ ਬੰਦਿਆਂ ਕੋਲ ਅਪਰੋਚ ਨਹੀਂ ਕਰ ਸਕਦੇ, ਇਸ ਤਰ੍ਹਾਂ ਦੀਆਂ ਕਹਾਣੀਆਂ ਤੱਕ ਨਹੀਂ ਜਾ ਸਕਦੇ, ਨਹੀਂ ਤਾਂ ਉਹ ਖਾਮੋਸ਼ ਹੋ ਜਾਂਦੀਆਂ ਨੇ। ਇੱਥੋਂ ਹੀ ਮੇਰੇ ਮਨ 'ਚ ਇਹ ਸਵਾਲ ਖੜਾ ਹੋ ਗਿਆ ਕਿ ਜਦੋਂ ਅਸੀਂ ਕਿਸੇ ਟੈਕਸਟ ਨੂੰ ਅਪਰੋਚ ਕਰਦੇ ਹਾਂ, ਕਿਸੇ ਪਾਠ ਨੂੰ ਨਾਲ ਸੰਵਾਦ ਰਚਾਉਂਦੇ ਆ, ਤਾਂ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਖਾਮੋਸ਼ ਕਰਨਾ ਹੁੰਦਾ ਕਿ ਸੱਚਮੁੱਚ ਜੋ ਤੁਹਾਨੂੰ ਆਉਂਦਾ, ਜੋ ਤੁਹਾਡੀ ਟ੍ਰੇਨਿੰਗ ਆ, ਉਸ ਨੂੰ ਹੀ ਬੋਲਣ ਦੇਣਾ ਹੁੰਦਾ। ਇਸ ਦਾ ਬੈਲੈਂਸ ਕਿੰਨਾ ਬਣਾਉਣਾ ਹੁੰਦਾ ਕਿ ਤੁਸੀਂ ਆਪ ਕਿੰਨਾ ਬੋਲਣਾ ਤੇ ਪਾਠ ਨੂੰ ਕਿੰਨਾ ਬੋਲਣ ਲਾਉਣਾ, ਪਾਠ ਨੂੰ ਕਿੰਨਾ ਸਤਿਕਾਰ ਦੇਣਾ ਤੇ ਤੁਸੀਂ ਕਿੰਨਾ ਉਸਦੇ ਹਾਣ ਦਾ ਹੋਣਾ। ਤੇ ਜਿੰਨੀ ਦੇਰ, ਇਹ ਤਾਂ ਆਪਾਂ ਜਾਣਦੇ ਕਿ ਜਿੰਨੀ ਦੇਰ ਅਸੀਂ ਆਪਣੇ ਆਪ ਨੂੰ ਖਾਮੋਸ਼ ਨਹੀਂ ਕਰਦੇ ਹੈਗੇ, ਦੂਜੇ ਨੂੰ ਸੁਣਨਾ ਸੰਭਵ ਹੁੰਦਾ। ਇਸ ਕਰਕੇ ਇਸ ਚੀਜ਼ ਨੂੰ ਮੈਂ ਜਦੋਂ ਇਸ ਕਹਾਣੀ ਨੂੰ ਪੜ੍ਹਦਾ ਰਿਹਾ ਤਾਂ ਮੈਂ ਲਗਾਤਾਰ ਆਪਣੇ ਆਪ ਨੂੰ ਚੇਤੇ ਕਰਾਉਂਦਾ ਰਿਹਾ ਕਿ ਜੋ ਤੈਨੂੰ ਆਉਂਦਾ, ਜੋ ਤੈਨੂੰ ਲੱਗਦਾ ਕਿ ਇਸ ਤਰ੍ਹਾਂ ਹੋਣਾ ਚਾਹੀਦਾ, ਉਹਦੇ ਬਰਾਬਰ ਇਹ ਵੀ ਦੇਖ ਕਿ ਇਹ ਕਹਾਣੀਆਂ ਆਪਣੀ ਤਰ੍ਹਾਂ ਨਾਲ ਤੈਨੂੰ ਕੀ ਕਹਿ ਰਹੀਆਂ ਨੇ, ਕੀ ਸੁਣਨ ਲਈ ਤੁਹਾਨੂੰ ਸੰਕੇਤ ਕਰ ਰਹੀਆਂ ਨੇ। ਤਾਂ ਇੱਕ ਬੈਲੈਂਸ ਜਿਹਾ ਮੈਂ ਤੁਹਾਡੇ ਨਾਲ ਇਹ ਗੱਲ ਵੈਸੇ ਵੀ ਸਾਂਝੀ ਕਰ ਰਿਹਾ ਕਿ ਹਮੇਸ਼ਾ ਮੈਂ ਜਦੋਂ ਕਹਾਣੀ ਨੂੰ ਕਿਸੇ ਨੂੰ ਪੜ੍ਹਦਾ, ਕਿਸੇ ਵੀ ਟੈਕਸਟ ਨੂੰ ਅਪਰੋਚ ਕਰਦਾ, ਮੈਂ ਹਮੇਸ਼ਾ ਆਪਣੇ ਆਪ ਨੂੰ ਖਾਮੋਸ਼ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਡੋਮੀਨੇਟ ਨਾ ਕਰਾਂ, ਮੇਰਾ ਸੰਵਾਦ ਸਾਵਾਂ ਹੋ ਸਕੇ। ਇਸੇ ਕਾਰਨ ਮੇਰਾ ਇਹਨਾਂ ਕਹਾਣੀਆਂ ਨਾਲ ਜਿਹੜੀ ਸਾਂਝ ਬਣੀ ਆ ਉਹ ਮਹਿਜ਼ ਬੌਧਿਕ ਨਹੀਂ ਹੈਗੀ, ਉਹ ਖਾਸੀ ਸਾਰੀ ਭਾਵੁਕ ਵੀ ਆ। ਮੈਨੂੰ ਯਾਦ ਆਉਂਦਾ ਬਾਇਨੇਸੀ ਬੂਥ ਦੀ ਇੱਕ ਕਿਤਾਬ ਆਂਦਾ ਕੰਪਨੀ ਵੀ ਕੀਪ ਐਨ ਐਥਿਕਸ ਆਫ ਫਿਕਸ਼ਨ। ਉਹਦੇ ਵਿੱਚ ਉਹ ਕਹਿੰਦਾ ਕਿ ਅਸੀਂ ਬਤੌਰ ਪਾਠਕ ਤਬਦੀਲ ਹੁੰਨੇ ਆ ਅਤੇ ਸਾਨੂੰ ਪਹਿਲਾਂ ਪੜ੍ਹਨ ਦੌਰਾਨ ਅਤੇ ਫਿਰ ਹੁੰਗਾਰਾ ਭਰਨ ਦੌਰਾਨ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਕਿ ਅਸੀਂ ਕੌਣ ਹਾਂ ਅਤੇ ਕਿਉਂ ਪੜ੍ਹਦੇ ਹਾਂ, ਪਾਠ ਚੋਂ ਗੁਜ਼ਰਦੇ ਹਾਂ, ਅਸੀਂ ਕਿਸ ਕਿਸਮ ਦੀ ਤਸੱਵਰੀ ਯਾਤਰਾ ਨੂੰ ਹੰਢਾਉਂਦੇ ਹਾਂ। ਇਸ ਗੱਲ ਤੇ ਨਿਰਭਰ ਨਹੀਂ ਕਰਦਾ ਕਿ ਅਸੀਂ ਪਾਠ ਨੂੰ ਪੜ੍ਹਨਾ ਕਿਵੇਂ ਸਿੱਖਿਆ ਹੈ ਅਤੇ ਅਸੀਂ ਕਿਸ ਤਰੀਕੇ ਅਰਥਾਂ ਨੂੰ ਭਾਲਣ ਲਈ ਸਿੱਖਿਅਤ ਹਾਂ। ਪਾਠ ਨਾਲ ਭਾਵੁਕ ਸਾਂਝ ਇੰਪੋਰਟੈਂਟ ਆ ਤੇ ਉਸੇ ਰਾਹੀਂ ਪਾਠਕ ਵਰਤਾਰਿਆਂ ਜਾਂ ਜੀਵਨ ਦੀਆਂ ਰਮਜ਼ਾਂ ਨੂੰ ਨੇੜਿਓਂ ਸ਼ਿੱਦਤ ਨਾਲ ਮਹਿਸੂਸ ਕਰਦਾ ਤੇ ਉਹ ਕਹਾਣੀਆਂ ਨੂੰ ਅਨੁਭਵ ਕਰਦਾ। ਤੇ ਭਾਵੁਕਤਾ ਆਪਣੇ ਆਪ ਵਿੱਚ ਸਿੱਖਿਆਦਾਇਕ ਹੁੰਦੀ ਆ ਤੇ ਤੁਹਾਨੂੰ ਕੁਛ ਨਾ ਕੁਛ ਸਿਖਾਉਂਦੀ ਜਾਂਦੀ ਆ, ਬਣਾਉਂਦੀ ਜਾਂਦੀ ਆ, ਢਾਉਂਦੀ ਜਾਂਦੀ ਆ, ਤੁਹਾਡੇ ਨਾਲ ਕੋਈ ਸੰਵਾਦ ਜਿਹੜੀ ਆ ਉਹ ਕਰਦੀ ਜਾਂਦੀ ਆ। ਇਸ ਭੂਮਿਕਾ ਦੇ ਪ੍ਰਸੰਗ 'ਚ ਜਿਹੜੀ ਗੱਲ ਮੈਨੂੰ ਪਹਿਲੀ ਨਜ਼ਰ ਆਉਂਦੀ ਹੈ ਨਾ ਕਹਾਣੀਆਂ ਦੇ ਵਿੱਚ, ਉਹ ਮੈਨੂੰ ਨਜ਼ਰ ਆਉਂਦਾ ਕਿ ਇਹਨਾਂ ਕਹਾਣੀਆਂ ਦਾ ਇੱਕ ਖਾਸ ਕਿਸਮ ਦੀ ਨੈਤਿਕਤਾ ਤੇ ਪਰੰਪਰਾ ਨਾਲ ਗਹਿਰਾ ਸੰਬੰਧ ਆ। ਸਾਹਿਤ ਨੈਤਿਕਤਾ ਨਹੀਂ ਹੁੰਦਾ, ਇਹ ਅਸੀਂ ਜਾਣਦੇ ਹਾਂ, ਪਰ ਇਹ ਵੀ ਸਾਨੂੰ ਪਤਾ ਕਿ ਕੋਈ ਵੀ ਸਾਹਿਤ ਕੁਝ ਕਦਰਾਂ ਕੀਮਤਾਂ ਨੂੰ, ਕੁਝ ਵੈਲਿਊਜ਼ ਨੂੰ ਜ਼ਰੂਰ ਸਥਾਪਿਤ ਕਰਦਾ, ਕੁਝ ਨਾਲ ਸੰਵਾਦ ਕਰਦਾ ਤੇ ਕੁਝ ਨੂੰ ਢਾਉਂਦਾ। ਕਿਸੇ ਖਾਸ ਕਿਸਮ ਦੇ ਸਾਹਿਤ ਦੇ ਵਿੱਚ ਇਹ ਗੱਲ ਡੂੰਘੀ ਹੋ ਸਕਦੀ ਹੈ, ਗਹਿਰੀ ਹੋ ਸਕਦੀ ਆ ਤੇ ਇਹਨਾਂ ਕਹਾਣੀਆਂ ਦੇ ਵਿੱਚ ਇਹ ਗੱਲ ਖਾਸੀ ਗਹਿਰੀ ਹੈ ਕਿ ਇਹ ਕਹਾਣੀਆਂ ਤੁਹਾਨੂੰ ਕੁਝ ਜੀਵਨ ਜਾਂਚ ਸਿਖਾਉਣ ਲਈ ਤਕੜੇ ਰੂਪ ਦੇ ਵਿੱਚ ਕਹਿੰਦੀਆਂ ਨੇ ਤੇ ਕੁਝ ਹੋਰ ਤਰ੍ਹਾਂ ਦੀ ਜੀਵਨ ਜਾਂਚ ਨੂੰ ਉਹਦਾ ਭੰਜਨ ਕਰਨ ਲਈ ਵੀ ਤਕੜੇ ਰੂਪ ਦੇ ਵਿੱਚ ਕਹਿੰਦੀਆਂ ਨੇ। ਤੇ ਜਦੋਂ ਇਹ ਕਰਦੀਆਂ ਨੇ, ਇਸੇ ਕਰਕੇ ਇਹਨਾਂ ਕਹਾਣੀਆਂ ਦਾ ਪਰੰਪਰਾ ਨਾਲ ਜਾਂ ਪਰੰਪਰਿਕ ਜੀਵਨ ਜਾਂਚ ਨਾਲ ਬਹੁਤ ਗਹਿਰਾ ਸੰਬੰਧ ਆ ਤੇ ਇਹ ਪਰੰਪਰਾ ਨਾਲ ਸੰਵਾਦ ਕਾਰਨ ਹੀ ਇਹ ਕਹਾਣੀਆਂ ਅਸਲ 'ਚ ਯਾਦਾਂ ਦੀਆਂ ਕਹਾਣੀਆਂ ਹਨ। ਜੇ ਤੁਸੀਂ ਮਾੜਾ ਜਿਹਾ ਧਿਆਨ ਕਰੋ ਤਾਂ ਹਰ ਕਹਾਣੀ ਦੇ ਵਿੱਚ ਮੈਮਰੀਜ਼ ਨੇ, ਲਗਭਗ ਹਰ ਕਹਾਣੀ ਪਿੱਛੇ ਨੂੰ ਜਾਂਦੀ ਆ ਤੇ ਕਿਉਂਕਿ ਅਤੀਤ ਦੀ ਪੇਸ਼ਕਾਰੀ ਕਰਦੀ ਆ, ਇਸ ਕਰਕੇ ਅਤੀਤ ਆਪਦੇ ਆਪ ਦੇ ਵਿੱਚ ਸਤਿਕਾਰਮਈ ਹੁੰਦਾ ਤੇ ਤੁਹਾਨੂੰ ਜਦੋਂ ਅਤੀਤ ਦੀ ਜੁਗਤ ਵਰਤਦੇ ਹੋ ਜਾਂ ਤੁਸੀਂ ਅਤੀਤ ਦੀ ਗੱਲ ਕਰਦੇ ਹੋ, ਤੁਸੀਂ ਉਸ ਨੂੰ ਸੱਚ ਮੰਨਦੇ ਹੋ। ਤਾਂ ਇਹਦੇ ਵਿੱਚ ਬਾਰ-ਬਾਰ ਪਿੱਛੇ ਨੂੰ ਜਾਇਆ ਗਿਆ ਤੇ ਉਹ ਪਿੱਛੇ ਦੇ ਹਵਾਲੇ ਨਾਲ ਵਰਤਮਾਨ ਨੂੰ ਜਿਉਣ ਜੋਗਾ ਕੀਤਾ ਗਿਆ, ਵਰਤਮਾਨ ਨੂੰ ਤਬਦੀਲ ਕੀਤਾ ਗਿਆ। ਤੁਸੀਂ ਕਿੰਨੀਆਂ ਕਹਾਣੀ ਨੇ, ਮਿਸਾਲ ਦੇ ਤੌਰ ਤੇ ਤੁਸੀਂ ਖੱਟੀ ਕਮਾਈ ਕਹਾਣੀ ਦੇਖ ਲਓ, ਕਰਜ਼ ਦੇਖ ਲਓ, ਜ਼ਖਮੀ ਹੱਥ ਦੇਖ ਲਓ, ਦੇਸ਼ ਪਰਾਏ, ਝੂਠ, ਰਚਨਾ, ਇਨਸਾਫ, ਇਹ ਸਾਰੀਆਂ ਕਹਾਣੀਆਂ ਦੇ ਵਿੱਚ ਜਿਹੜੀਆਂ ਯਾਦਾਂ ਦੀ ਯਾਤਰਾ ਕੀਤੀ ਗਈ ਹੈ ਤੇ ਉਹਨਾਂ ਦੇ ਹਵਾਲੇ ਨਾਲ ਸਮਕਾਲ ਨੂੰ ਜੋੜ ਜੋਗਾ ਕੀਤਾ ਗਿਆ। ਤੇ ਜਦੋਂ ਮੈਮਰੀਜ਼ ਨੂੰ ਤੁਸੀਂ ਜਾਣਦੇ ਹੋ, ਮੈਮਰੀਜ਼ ਵੱਲ ਜਾਂਦੇ ਹੋ ਤਾਂ ਉੱਥੋਂ ਲੱਭ ਕੇ ਕੀ ਲੈ ਕੇ ਆਉਂਦੇ ਹੋ ਸਮਕਾਲ ਦੇ ਲਈ,
ਤਾਂ ਉਹਦੇ ਵਿੱਚ ਜਿਹੜੀਆਂ ਕਹਾਣੀਆਂ ਲੱਭ ਕੇ ਲਿਆਉਂਦੀਆਂ ਨੇ ਉਹ ਇੱਕ ਰਿਸ਼ਤਿਆਂ ਵਿਚਲੀ ਇੱਕ ਪ੍ਰਤੀਬੱਧਤਾ, ਮੈਂ ਤਾਂ ਇਹ ਕਹਿਣਾ ਕਿ ਇਹ ਕਹਾਣੀਆਂ ਰਿਸ਼ਤਿਆਂ ਵਿਚਲੀ ਪ੍ਰਤੀਬੱਧਤਾ ਦੀਆਂ ਸ਼ੁਦਾਈ ਹਨ। ਭਾਵੇਂ ਕਿ ਇੱਥੇ ਪ੍ਰਤੀਬੱਧਤਾ ਸਮਾਜ ਦੁਆਰਾ ਪ੍ਰਵਾਨਿਤ ਵਿਸ਼ਿਆਂ ਤੱਕ ਸੀਮਿਤ ਨਹੀਂ ਹੈਗੀ। ਇੱਥੇ ਤਾਂ ਮਤਲਬ ਕਿਸੇ ਨੂੰ ਪਲ ਭਰ ਲਈ ਪਿਆਰ ਕਰਨਾ ਤੇ ਫਿਰ ਉਸ ਨੂੰ ਜੀਵਨ ਭਰ ਯਾਦ ਕਰਨਾ ਜਾਂ ਕਦੇ ਨਾ ਭੁਲਾਉਣਾ, ਇਸ ਸੰਗ੍ਰਹਿ ਦੀਆਂ ਇੱਕ ਤੋਂ ਵਧੇਰੇ ਕਹਾਣੀਆਂ ਵਿੱਚ ਦੇਖ ਸਕਦੇ ਹਾਂ ਆਪਾਂ। ਮਿਸਾਲ ਵਜੋਂ ਦੇਸ ਪ੍ਰਾਇ ਕਹਾਣੀ ਦੀ ਮੈਂ ਪਾਤਰ ਜਿਹੜੀ ਆ ਉਹ ਜੀਣਕਿਆਂ ਦੇ ਬੰਤ ਨਾਲ ਉਹਦੀ ਇੱਕ ਵੇਲੇ ਦੀ ਸਾਂ ਸੀ। ਜਦੋਂ ਮੁੜ ਕੇ ਦੇਖਦੀ ਆ ਸਾਰਾ ਘਰ ਖਤਮ ਹੋ ਚੁੱਕਿਆ, ਫਿਰ ਉਹਨੂੰ ਲੱਗਦਾ ਕਿ ਫਿਰ ਹੁਣ ਮੈਨੂੰ ਇਹ ਘਰ ਯਾਦ ਆਊਗਾ। ਇਸੇ ਤਰ੍ਹਾਂ ਝੂਠ ਕਹਾਣੀ ਦੇ ਵਿੱਚ ਜਿਹੜੀ ਮੈਂ ਪਾਤਰ ਦੀ ਚਰਨ ਨਾਲ ਸਾਂਝ ਆ, ਜਾਂ ਸੂਹਾ ਸਾਲੂ ਦੀ ਪਾਤਰ ਸੀਤੋ ਆ, ਜਾਂ ਬਟੂਆ ਕਹਾਣੀ ਦੇ ਵਿੱਚ ਜਿਹੜੀ ਮਾਂ ਪਾਤਰ ਦੀ ਬਹੁਤ ਖੂਬਸੂਰਤ ਕਹਾਣੀ ਹੈ ਕਿ ਉਹ ਸਾਰੀ ਉਮਰ ਆਪਣੇ ਗੁਜ਼ਰ ਚੁੱਕੇ ਹਸਬੈਂਡ ਦਾ ਬਟੂਆ ਸਾਂਭ ਕੇ ਰੱਖਦੀ ਹੈ ਤੇ ਫਿਰ ਮੈਂ ਪਾਤਰ ਨੂੰ ਦੇ ਕੇ ਜਾਂਦੀ ਹੈ ਕਿ ਤੂੰ ਇਹਨੂੰ ਮੇਰੇ ਨਾਲ ਫੂਕਦੀ। ਤੇ ਇਹ ਵੀ ਹੈਗਾ ਕਿ ਉਹ ਜਿਹੜੇ ਰਿਸ਼ਤੇ ਦੁਨਿਆਵੀ ਸਮਾਜ ਨੇ ਉਸ ਨੂੰ ਦਿੱਤੇ ਆ ਕਿ ਉਹਨਾਂ ਨੂੰ ਵੀ ਨਿਭਾਉਂਦੀ ਜਾਂਦੀ ਆ। ਉਹਨਾਂ ਨੂੰ ਨਿਭਾਉਣ ਦਾ ਕਤਈ ਮਤਲਬ ਨਹੀਂ ਇਹ ਕਿ ਜਿਹੜੇ ਰਿਸ਼ਤੇ ਉਹਨੂੰ ਮਿਲੇ ਜਾਂ ਜਿਹੜੇ ਰਿਸ਼ਤੇ ਇਹਨਾਂ ਪਾਤਰਾਂ ਨੂੰ ਮਿਲੇ ਕਿ ਉਹਨਾਂ ਨੂੰ ਭੁਲਾ ਦਿੱਤਾ ਜਾਵੇ। ਤਾਂ ਇੱਕ ਖਾਸ ਕਿਸਮ ਦੀ ਜਿਹੜੀ ਨੈਤਿਕਤਾ ਜਾਂ ਵੈਲਿਊਜ਼ ਜਿਹੜੀਆਂ ਨੇ ਉਸ ਕਹਾਣੀਆਂ ਦੇ ਵਿੱਚ ਦਿਖਾਇਆ ਗਿਆ ਉਹ ਰਿਸ਼ਤਿਆਂ ਦੀ ਪ੍ਰਤੀਬੱਧਤਾ। ਇਸੇ ਤਰੀਕੇ ਨਾਲ ਐਕਸੀਡੈਂਟ ਕਹਾਣੀ ਦੀ ਪਾਤਰ ਜਿਹੜੀ ਰਚਨਾ ਵੀ ਸਾਰੀ ਉਮਰ ਇੱਕ ਵੇਲੇ ਦੀ ਸਾਂਝ ਨੂੰ ਸਾਰੀ ਉਮਰ ਬਿਨਾਂ ਕਿਸੇ ਨੂੰ ਕੁਝ ਦੱਸਿਆ ਜਾਂ ਜਤਾਇਆ ਨਿਭਾਉਂਦੀ ਰਹਿੰਦੀ ਆ। ਮੂਕਲਾਵਾ ਵੀ ਮੇਰੇ ਚੇਤੇ ਆਉਂਦੀ ਆ ਕਿ ਕਿਵੇਂ ਉਹ ਬੰਦਾ ਸਾਰੀ ਉਮਰ ਨਹੀਂ ਕਿਤੇ ਜ਼ਿਕਰ ਕਰਦਾ। ਮੈਂ ਪਾਤਰ ਵੀ ਸੋਚਦਾ ਰਹਿੰਦਾ ਕਿ ਕਿਉਂ ਨਹੀਂ ਗਿਆ ਸੀ ਪਾਕਿਸਤਾਨ। ਉਹ ਤਾਂ ਫਿਰ ਐਂਡ 'ਚ ਇਸ਼ਾਰੇ ਰੂਪ ਦੇ ਵਿੱਚ ਪਤਾ ਲੱਗਦਾ ਕਿ ਅਸਲ ਦੇ ਵਿੱਚ ਕੀ ਕਾਰਨ ਕਰਦਾ ਤੇ ਉਹ ਕਹਾਣੀਆਂ ਨੂੰ ਅਨੁਭਵ ਕਰਦਾ। ਤੇ ਭਾਵੁਕਤਾ ਆਪਣੇ ਆਪ ਵਿੱਚ ਸਿੱਖਿਆਦਾਇਕ ਹੁੰਦੀ ਆ ਤੇ ਉਹ ਤੁਹਾਨੂੰ ਕੁਛ ਨਾ ਕੁਛ ਸਿਖਾਉਂਦੀ ਜਾਂਦੀ ਆ, ਬਣਾਉਂਦੀ ਜਾਂਦੀ ਆ, ਢਾਉਂਦੀ ਜਾਂਦੀ ਆ, ਤੁਹਾਡੇ ਨਾਲ ਕੋਈ ਨਾ ਕੋਈ ਸੰਵਾਦ ਜਿਹੜੀ ਆ ਉਹ ਕਰਦੀ ਜਾਂਦੀ ਆ। ਇਸ ਭੂਮਿਕਾ ਦੇ ਪ੍ਰਸੰਗ 'ਚ ਜਿਹੜੀ ਗੱਲ ਮੈਨੂੰ ਪਹਿਲੀ ਨਜ਼ਰ ਆਉਂਦੀ ਹੈ ਨਾ ਕਹਾਣੀਆਂ ਦੇ ਵਿੱਚ, ਉਹ ਮੈਨੂੰ ਨਜ਼ਰ ਆਉਂਦਾ ਕਿ ਇਹਨਾਂ ਕਹਾਣੀਆਂ ਦਾ ਇੱਕ ਖਾਸ ਕਿਸਮ ਦੀ ਨੈਤਿਕਤਾ ਤੇ ਪਰੰਪਰਾ ਨਾਲ ਗਹਿਰਾ ਸੰਬੰਧ ਆ। ਸਾਹਿਤ ਨੈਤਿਕਤਾ ਨਹੀਂ ਹੁੰਦਾ, ਇਹ ਅਸੀਂ ਜਾਣਦੇ ਹਾਂ, ਪਰ ਇਹ ਵੀ ਸਾਨੂੰ ਪਤਾ ਕਿ ਕੋਈ ਵੀ ਸਾਹਿਤ ਕੁਝ ਕਦਰਾਂ ਕੀਮਤਾਂ ਨੂੰ, ਕੁਝ ਵੈਲਿਊਜ਼ ਨੂੰ ਜ਼ਰੂਰ ਸਥਾਪਿਤ ਕਰਦਾ, ਕੁਝ ਨਾਲ ਸੰਵਾਦ ਕਰਦਾ ਤੇ ਕੁਝ ਨੂੰ ਢਾਉਂਦਾ। ਕਿਸੇ ਖਾਸ ਕਿਸਮ ਦੇ ਸਾਹਿਤ ਦੇ ਵਿੱਚ ਇਹ ਗੱਲ ਡੂੰਘੀ ਹੋ ਸਕਦੀ ਹੈ, ਗਹਿਰੀ ਹੋ ਸਕਦੀ ਆ। ਤੇ ਇਹਨਾਂ ਕਹਾਣੀਆਂ ਦੇ ਵਿੱਚ ਇਹ ਗੱਲ ਖਾਸੀ ਗਹਿਰੀ ਹੈ ਕਿ ਇਹ ਕਹਾਣੀਆਂ ਤੁਹਾਨੂੰ ਕੁਝ ਜੀਵਨ ਜਾਂਚ ਸਿਖਾਉਣ ਲਈ ਤਕੜੇ ਰੂਪ ਦੇ ਵਿੱਚ ਕਹਿੰਦੀਆਂ ਨੇ ਤੇ ਕੁਝ ਹੋਰ ਤਰ੍ਹਾਂ ਦੀ ਜੀਵਨ ਜਾਂਚ ਨੂੰ ਉਹਦਾ ਭੰਜਨ ਕਰਨ ਲਈ ਵੀ ਤਕੜੇ ਰੂਪ ਦੇ ਵਿੱਚ ਕਹਿੰਦੀਆਂ ਨੇ। ਤੇ ਜਦੋਂ ਇਹ ਕਰਦੀਆਂ ਨੇ, ਇਸੇ ਕਰਕੇ ਇਹਨਾਂ ਕਹਾਣੀਆਂ ਦਾ ਪਰੰਪਰਾ ਨਾਲ ਜਾਂ ਪਰੰਪਰਿਕ ਜੀਵਨ ਜਾਂਚ ਨਾਲ ਬਹੁਤ ਗਹਿਰਾ ਸੰਬੰਧ ਆ। ਤੇ ਇਹ ਪਰੰਪਰਾ ਨਾਲ ਸੰਵਾਦ ਕਾਰਨ ਹੀ ਇਹ ਕਹਾਣੀਆਂ ਅਸਲ 'ਚ ਯਾਦਾਂ ਦੀਆਂ ਕਹਾਣੀਆਂ ਹਨ। ਜੇ ਤੁਸੀਂ ਮਾੜਾ ਜਿਹਾ ਧਿਆਨ ਕਰੋ ਤਾਂ ਹਰ ਕਹਾਣੀ ਦੇ ਵਿੱਚ ਮੈਮਰੀਜ਼ ਨੇ, ਲਗਭਗ ਹਰ ਕਹਾਣੀ ਪਿੱਛੇ ਨੂੰ ਜਾਂਦੀ ਆ ਤੇ ਕਿਉਂਕਿ ਅਤੀਤ ਦੀ ਪੇਸ਼ਕਾਰੀ ਕਰਦੀ ਆ, ਇਸ ਕਰਕੇ ਅਤੀਤ ਆਪਦੇ ਆਪ ਦੇ ਵਿੱਚ ਸਤਿਕਾਰਮਈ ਹੁੰਦਾ। ਤੇ ਤੁਹਾਨੂੰ ਜਦੋਂ ਅਤੀਤ ਦੀ ਜੁਗਤ ਵਰਤਦੇ ਜਾਂ ਤੁਸੀਂ ਅਤੀਤ ਦੀ ਗੱਲ ਕਰਦੇ ਹੋ, ਤੁਸੀਂ ਉਸ ਨੂੰ ਸੱਚ ਮੰਨਦੇ ਹੋ। ਤਾਂ ਇਹਦੇ ਵਿੱਚ ਬਾਰ-ਬਾਰ ਪਿੱਛੇ ਨੂੰ ਜਾਇਆ ਗਿਆ ਤੇ ਉਹ ਪਿੱਛੇ ਦੇ ਹਵਾਲੇ ਨਾਲ ਵਰਤਮਾਨ ਨੂੰ ਜਿਉਣ ਜੋਗਾ ਕੀਤਾ ਗਿਆ, ਵਰਤਮਾਨ ਨੂੰ ਤਬਦੀਲ ਕੀਤਾ ਗਿਆ। ਤੁਸੀਂ ਕਿੰਨੀਆਂ ਕਹਾਣੀ ਨੇ, ਮਿਸਾਲ ਦੇ ਤੌਰ ਤੇ ਤੁਸੀਂ ਖੱਟੀ ਕਮਾਈ ਕਹਾਣੀ ਦੇਖ ਲਓ, ਕਰਜ਼ ਦੇਖ ਲਓ, ਜ਼ਖਮੀ ਹੱਥ ਦੇਖ ਲਓ, ਦੇਸ ਪਰਾਏ, ਝੂਠ, ਰਚਨਾ, ਇਨਸਾਫ, ਇਹ ਸਾਰੀਆਂ ਕਹਾਣੀਆਂ ਦੇ ਵਿੱਚ ਜਿਹੜੀਆਂ ਯਾਦਾਂ ਦੀ ਯਾਤਰਾ ਕੀਤੀ ਗਈ ਹੈ ਤੇ ਉਹਨਾਂ ਦੇ ਹਵਾਲੇ ਨਾਲ ਸਮਕਾਲ ਨੂੰ ਜੋੜ ਜੋਗਾ ਕੀਤਾ ਗਿਆ। ਤੇ ਜਦੋਂ ਮੈਮਰੀਜ਼ ਨੂੰ ਤੁਸੀਂ ਜਾਣਦੇ ਹੋ, ਮੈਮਰੀਜ਼ ਵੱਲ ਜਾਂਦੇ ਹੋ, ਤਾਂ ਉੱਥੋਂ ਲੱਭ ਕੇ ਕੀ ਲੈ ਕੇ ਆਉਂਦੇ ਹੋ ਸਮਕਾਲ ਦੇ ਲਈ, ਤਾਂ ਉਹਦੇ ਵਿੱਚ ਜਿਹੜੀਆਂ ਕਹਾਣੀਆਂ ਲੱਭ ਕੇ ਲਿਆਉਂਦੀਆਂ ਨੇ ਉਹ ਇੱਕ ਰਿਸ਼ਤਿਆਂ ਵਿਚਲੀ ਇੱਕ ਪ੍ਰਤੀਬੱਧਤਾ, ਮੈਂ ਤਾਂ ਇਹ ਕਹਿਣਾ ਕਿ ਇਹ ਕਹਾਣੀਆਂ ਰਿਸ਼ਤਿਆਂ ਵਿਚਲੀ ਪ੍ਰਤੀਬੱਧਤਾ ਦੀਆਂ ਸ਼ੁਦਾਈ ਹਨ। ਭਾਵੇਂ ਕਿ ਇੱਥੇ ਪ੍ਰਤੀਬੱਧਤਾ ਸਮਾਜ ਦੁਆਰਾ ਪ੍ਰਵਾਨਿਤ ਵਿਸ਼ਿਆਂ ਤੱਕ ਸੀਮਿਤ ਨਹੀਂ ਹੈਗੀ। ਇੱਥੇ ਤਾਂ ਮਤਲਬ ਕਿਸੇ ਨੂੰ ਪਲ ਭਰ ਲਈ ਪਿਆਰ ਕਰਨਾ ਤੇ ਫਿਰ ਉਸ ਨੂੰ ਜੀਵਨ ਭਰ ਯਾਦ ਕਰਨਾ ਜਾਂ ਕਦੇ ਨਾ ਭੁਲਾਉਣਾ, ਇਸ ਸੰਗ੍ਰਹਿ ਦੀਆਂ ਇੱਕ ਤੋਂ ਵਧੇਰੇ ਕਹਾਣੀਆਂ ਵਿੱਚ ਦੇਖ ਸਕਦੇ ਹਾਂ ਆਪਾਂ। ਮਿਸਾਲ ਵਜੋਂ ਦੇਸ ਪ੍ਰਾਇ ਕਹਾਣੀ ਦੀ ਮੈਂ ਪਾਤਰ ਜਿਹੜੀ ਆ ਉਹ ਜੀਣਕਿਆਂ ਦੇ ਬੰਤ ਨਾਲ ਉਹਦੀ ਇੱਕ ਵੇਲੇ ਦੀ ਸਾਂ ਸੀ। ਜਦੋਂ ਮੁੜ ਕੇ ਦੇਖਦੀ ਆ ਸਾਰਾ ਘਰ ਖਤਮ ਹੋ ਚੁੱਕਿਆ, ਫਿਰ ਉਹਨੂੰ ਲੱਗਦਾ ਕਿ ਫਿਰ ਹੁਣ ਮੈਨੂੰ ਇਹ
ਘਰ ਯਾਦ ਆਊਗਾ। ਇਸੇ ਤਰ੍ਹਾਂ ਝੂਠ ਕਹਾਣੀ ਦੇ ਵਿੱਚ ਜਿਹੜੀ ਮੈਂ ਪਾਤਰ ਦੀ ਚਰਨ ਨਾਲ ਸਾਂਝ ਆ, ਜਾਂ ਸੂਹਾ ਸਾਲੂ ਦੀ ਪਾਤਰ ਸੀਤੋ ਆ, ਜਾਂ ਬਟੂਆ ਕਹਾਣੀ ਦੇ ਵਿੱਚ ਜਿਹੜੀ ਮਾਂ ਪਾਤਰ ਦੀ ਬਹੁਤ ਖੂਬਸੂਰਤ ਕਹਾਣੀ ਹੈ ਕਿ ਉਹ ਸਾਰੀ ਉਮਰ ਆਪਣੇ ਗੁਜ਼ਰ ਚੁੱਕੇ ਹਸਬੈਂਡ ਦਾ ਬਟੂਆ ਸਾਂਭ ਕੇ ਰੱਖਦੀ ਹੈ ਤੇ ਫਿਰ ਮੈਂ ਪਾਤਰ ਨੂੰ ਦੇ ਕੇ ਜਾਂਦੀ ਹੈ ਕਿ ਤੂੰ ਇਹਨੂੰ ਮੇਰੇ ਨਾਲ ਫੂਕਦੀ। ਤੇ ਇਹ ਵੀ ਹੈਗਾ ਕਿ ਉਹ ਜਿਹੜੇ ਰਿਸ਼ਤੇ ਦੁਨਿਆਵੀ ਸਮਾਜ ਨੇ ਉਸ ਨੂੰ ਦਿੱਤੇ ਆ ਕਿ ਉਹਨਾਂ ਨੂੰ ਵੀ ਨਿਭਾਉਂਦੀ ਜਾਂਦੀ ਆ। ਉਹਨਾਂ ਨੂੰ ਨਿਭਾਉਣ ਦਾ ਕਤਈ ਮਤਲਬ ਨਹੀਂ ਇਹ ਕਿ ਜਿਹੜੇ ਰਿਸ਼ਤੇ ਉਹਨੂੰ ਮਿਲੇ ਜਾਂ ਜਿਹੜੇ ਰਿਸ਼ਤੇ ਇਹਨਾਂ ਪਾਤਰਾਂ ਨੂੰ ਮਿਲੇ ਕਿ ਉਹਨਾਂ ਨੂੰ ਭੁਲਾ ਦਿੱਤਾ ਜਾਵੇ। ਤਾਂ ਇੱਕ ਖਾਸ ਕਿਸਮ ਦੀ ਜਿਹੜੀ ਨੈਤਿਕਤਾ ਜਾਂ ਵੈਲਿਊਜ਼ ਜਿਹੜੀਆਂ ਨੇ ਉਸ ਕਹਾਣੀਆਂ ਦੇ ਵਿੱਚ ਦਿਖਾਇਆ ਗਿਆ ਉਹ ਰਿਸ਼ਤਿਆਂ ਦੀ ਪ੍ਰਤੀਬੱਧਤਾ। ਇਸੇ ਤਰੀਕੇ ਨਾਲ ਐਕਸੀਡੈਂਟ ਕਹਾਣੀ ਦੀ ਪਾਤਰ ਜਿਹੜੀ ਰਚਨਾ ਵੀ ਸਾਰੀ ਉਮਰ ਇੱਕ ਵੇਲੇ ਦੀ ਸਾਂਝ ਨੂੰ ਸਾਰੀ ਉਮਰ ਬਿਨਾਂ ਕਿਸੇ ਨੂੰ ਕੁਝ ਦੱਸਿਆ ਜਾਂ ਜਤਾਇਆ ਨਿਭਾਉਂਦੀ ਰਹਿੰਦੀ ਆ। ਮੂਕਲਾਵਾ ਵੀ ਮੇਰੇ ਚੇਤੇ ਆਉਂਦੀ ਆ ਕਿ ਕਿਵੇਂ ਉਹ ਬੰਦਾ ਸਾਰੀ ਉਮਰ ਨਹੀਂ ਕਿਤੇ ਜ਼ਿਕਰ ਕਰਦਾ। ਮੈਂ ਪਾਤਰ ਵੀ ਸੋਚਦਾ ਰਹਿੰਦਾ ਕਿ ਕਿਉਂ ਨਹੀਂ ਗਿਆ ਸੀ ਪਾਕਿਸਤਾਨ। ਉਹ ਤਾਂ ਫਿਰ ਐਂਡ 'ਚ ਇਸ਼ਾਰੇ ਰੂਪ ਦੇ ਵਿੱਚ ਪਤਾ ਲੱਗਦਾ ਕਿ ਅਸਲ ਦੇ ਵਿੱਚ ਕੀ ਕਾਰਨ ਸੀ ਕਿ ਇਹ ਉੱਥੇ ਨਹੀਂ ਗਿਆ ਸੀ ਪਾਕਿਸਤਾਨ, ਤੇ ਸਾਰੀ ਉਮਰ ਇੱਕ ਕਿਸੇ ਵੇਲੇ ਦੇ ਰਿਸ਼ਤੇ ਨੂੰ ਨਿਭਾਉਣ ਦੇ ਵਿੱਚ ਉਹ ਲਗਾ ਦਿੱਤਾ ਜਾਂਦਾ। ਇਹ ਵੀ ਗੱਲ ਇਹਨਾਂ ਰਿਸ਼ਤਿਆਂ ਦੀ ਵਾਲੀ ਸਮੀਕਰਨ ਦੇ ਵਿੱਚ ਇਹ ਵੀ ਗੱਲ ਇੰਪੋਰਟੈਂਟ ਆ ਕਿ ਇਹ ਜਿਹੜੀ ਕਮਿਟਮੈਂਟ ਆ ਇਹ ਕੋਈ ਪ੍ਰਾਪਤੀ ਨਹੀਂ ਹੈਗੀ। ਇਹ ਚੁੱਪ ਚਪੀਤੇ ਉਸ ਪਿਆਰ ਨੂੰ ਨਿਭਾਉਣਾ ਤੇ ਨਿਭਾਉਣ ਦੇ ਮਹੱਤਵ ਨੂੰ ਹੀ ਇਹ ਕਹਾਣੀਆਂ ਜਿਹੜੀਆਂ ਨੇ ਉਹ ਪੇਸ਼ ਕਰਦੀਆਂ ਨੇ। ਇਸ ਤਰੀਕੇ ਨਾਲ ਇਹ ਕਹਾਣੀਆਂ ਇੱਕ ਹੱਦ ਤੱਕ ਪਰੰਪਰਿਕ ਕਦਰਾਂ ਦੀ ਪੁਨਰ ਸਥਾਪਤੀ ਦਾ ਆਹਰ ਕਰਦੀਆਂ ਹਨ ਤੇ ਰਿਸ਼ਤਿਆਂ ਲਈ ਆਪਣਾ ਆਪ ਕੁਰਬਾਨ ਕਰ ਦੇਣ ਦੀ ਇੱਕ ਮਿਸਾਲ ਇੱਕ ਹੋਰ ਕਹਾਣੀ ਵਿੱਚ ਵੀ ਮਿਲਦੀ ਹੈ, ਇਨਸਾਫ ਕਹਾਣੀ ਵਿੱਚ, ਹਨ। ਤੇ ਉਹ ਜਦੋਂ ਵੱਡਾ ਭਰਾ ਆਪਣੇ ਵੱਡਾ ਭਰਾ ਕੁਝ ਕਰਦਾ ਤੇ ਛੋਟਾ ਭਰਾ ਆਪਣੇ ਸਿਰ ਲੈਂਦਾ ਤੇ ਫਿਰ ਸਾਰੀ ਜ਼ਿੰਦਗੀ ਦੁੱਖ ਹੰਡਾਉਂਦਾ ਪਰ ਸੀ ਤੱਕ ਨਹੀਂ ਕਰਦਾ। ਈਵਨ ਉਹਦੀ ਵਾਈਫ ਜਿਹੜੀ ਆ ਉਹ ਵੀ ਖਾਮੋਸ਼ ਰਹਿੰਦੀ ਹੈ ਤੇ ਖਾਮੋਸ਼ੀ ਨਾਲ ਜਰ ਜਾਣਾ ਤੇ ਕੁਰਬਾਨੀ ਕਰ ਜਾਣਾ ਇਹ ਇਨਸਾਫ ਕਹਾਣੀ ਦੇ ਵਿੱਚ ਵੀ ਆਪਾਂ ਆਪਾਂ ਦੇਖ ਸਕਦੇ ਹਾਂ। ਤੇ ਇਹ ਜਿਹੜੀ ਚੀਜ਼ ਆ ਕੁਰਬਾਨੀ ਵਾਲੀ ਇਹ ਗਰੇਵਾਲ ਹੋਰਾਂ ਦੀਆਂ ਕਹਾਣੀਆਂ ਦੇ ਵਿੱਚ ਬਾਰ-ਬਾਰ ਜਿਹੜੀ ਆ ਆਉਂਦੀ ਰਹਿੰਦੀ ਆ। ਅਸਲ ਦੇ ਵਿੱਚ ਜਿਹੜੀ ਇਹ ਕਹਾਣੀਆਂ ਦੀ ਅੰਤਰਦ੍ਰਿਸ਼ਟੀ ਇਹ ਵੀ ਆ ਕਿ ਇਹ ਕੁਰਬਾਨੀਆਂ ਜਦੋਂ ਇਹ ਕਹਾਣੀਆਂ ਜਦੋਂ ਕੁਰਬਾਨੀ ਜਾਂ ਮੋਹ ਜਾਂ ਪ੍ਰਤੀਬੱਧਤਾ ਦੇ ਭਾਵਾਂ ਨੂੰ ਪੇਸ਼ ਕਰਦੀਆਂ ਨੇ ਤਾਂ ਇਹ ਵੀ ਸੁਝਾਉਂਦੀਆਂ ਨੇ ਕਿ ਇਹ ਕਦਰਾਂ ਕੇਵਲ ਸਰਬ ਉੱਚ ਹੀ ਨਹੀਂ ਹੈਗੀਆਂ, ਸਗੋਂ ਇਹੀ ਕਦਰਾਂ ਜਿਹੜੀਆਂ ਨੇ ਉਹਨਾਂ ਰਾਹੀਂ ਤਬਦੀਲੀ ਸੰਭਵ ਆ। ਇਹ ਕਹਾਣੀਆਂ ਇਹ ਕਹਿੰਦੀਆਂ ਨੇ ਕਿ ਤਬਦੀਲੀ ਦਾ ਅਸਲ ਆਧਾਰ ਬਗਾਵਤ ਨਹੀਂ ਹੁੰਦਾ, ਪ੍ਰਤੀਰੋਧ ਵੀ ਨਹੀਂ ਹੁੰਦਾ ਹੈਗਾ, ਸਗੋਂ ਮੋਹ ਤੇ ਸਾਂਝ ਆ। ਜਿਵੇਂ ਮਿਸਾਲ ਵਜੋਂ ਜ਼ਖਮੀ ਹੱਥ ਕਹਾਣੀ ਆ, ਉਹ ਜਿਹੜਾ ਮੈਂ ਪਾਤਰ ਆ ਉਹਨੂੰ ਪਤਾ ਲੱਗਦਾ ਕਿ ਉਹਦਾ ਇੰਗਲੈਂਡ ਰਹਿੰਦਾ ਵੱਡਾ ਭਰਾ ਪਿਛਲੀ ਉਮਰੇ ਵਿਆਹ ਕਰਾਉਣ ਦੀ ਇੱਛਾ ਕਰ ਲੈਂਦਾ ਤੇ ਮੈਂ ਪਾਤਰ ਸਮੇਤ ਸਾਰੇ ਰਿਸ਼ਤੇਦਾਰ ਖਿਲਾਫ ਹੋ ਜਾਂਦੇ ਨੇ ਤੇ ਉਹਨੂੰ ਮਨਾਉਣ ਦੀ ਵੀ ਕੋਸ਼ਿਸ਼ ਕਰਦੇ ਆ। ਪਰ ਅੰਤ ਦੇ ਵਿੱਚ ਜਦੋਂ ਮੈਂ ਪਾਤਰ ਤੇ ਉਹ ਜਿਹੜਾ ਭਰਾ ਉਹਦਾ ਉਹ ਬੀਤੇ ਦੇ ਪਲਾਂ ਨੂੰ ਜਿਉਂਦੇ ਨੇ, ਚੇਤੇ ਕਰਦੇ ਨੇ ਤੇ ਫਿਰ ਉਹ ਤਬਦੀਲੀ ਲਈ ਤਿਆਰ ਹੁੰਦਾ। ਤਾਂ ਕਹਾਣੀ ਇਹ ਸੁਝਾਉਂਦੀ ਹੈ ਕਿ ਜੇ ਤੁਸੀਂ ਸਾਰਥਕ ਤਬਦੀਲੀ ਕਰਨੀ ਆ, ਸਦੀਵੀ ਤਬਦੀਲੀ ਕਰਨੀ ਆ, ਤਾਂ ਤੁਹਾਨੂੰ ਉਹਦੇ ਲਈ ਬਗਾਵਤ ਜਾਂ ਨਫ਼ਰਤ ਦੀ ਇਹੀ ਇੱਕ ਤਰੀਕਾ ਨਹੀਂ ਹੈਗਾ। ਉਸ ਤੋਂ ਵੀ ਸ਼ਾਨਦਾਰ ਤਰੀਕਾ ਇਹ ਹੈਗਾ ਕਿ ਤੁਸੀਂ ਮੋਹ ਰਾਹੀਂ ਤਬਦੀਲੀਆਂ ਲੈ ਕੇ ਆਵੋ, ਸਾਂਝ ਰਾਹੀਂ ਤਬਦੀਲੀ ਲੈ ਕੇ ਆਵੋ। ਮੂਰਖਤਾ ਕਹਾਣੀ ਵੀ ਇਸ ਪ੍ਰਸੰਗ ਦੇ ਵਿੱਚ ਦੇਖੀ ਜਾ ਸਕਦੀ ਆ। ਅਗਲਾ ਪਹਿਲੂ ਥੋੜਾ ਜਿਹਾ ਜ਼ਿਕਰ ਉਹਦਾ ਡਾਕਟਰ ਰੰਧਾਵਾ ਨੇ ਕਰਤਾ। ਜਦੋਂ ਮੈਂ ਪ੍ਰਵਾਸੀ ਲੇਖਕਾਂ ਨੂੰ ਪੜ੍ਹਦਾ ਤਾਂ ਮੇਰੇ ਮਨ 'ਚ ਇਹ ਪ੍ਰਸ਼ਨ ਹਮੇਸ਼ਾ ਹੁੰਦਾ ਕਿ ਇਹਨਾਂ ਨੇ ਦੂਜੇ ਨੂੰ, ਅਦਰ ਨੂੰ ਕਿਵੇਂ ਪੇਸ਼ਕਾਰੀ ਦਿੱਤੀ ਹੈ। ਇੱਥੇ ਅਦਰ ਤੋਂ ਮੇਰਾ ਭਾਵ ਆ ਕਿ ਜਿਹੜੇ ਉੱਥੇ ਜਦੋਂ ਅਸੀਂ ਬਾਹਰ ਜਾਂਦੇ ਹਾਂ ਉੱਥੇ ਹੋਰ ਲੋਕ ਵੱਸਦੇ ਆ, ਉਹ ਚਾਹੇ ਗੋਰੇ ਨੇ ਚਾਹੇ ਕਾਲੇ ਨੇ, ਹਨਾ, ਉਹਨਾਂ ਨੂੰ ਕਿਵੇਂ ਅਸੀਂ ਪੇਸ਼ ਕਰਦੇ ਹਾਂ, ਉਹਨਾਂ ਨੂੰ ਪੇਸ਼ ਕਰਨ ਦੀ ਸਾਡੀ ਕਿਸ ਤਰ੍ਹਾਂ ਦੀ ਕਿਸ ਕਿਸਮ ਦੀ ਨੈਤਿਕਤਾ। ਤੇ ਅਕਸਰ ਅਸੀਂ ਦੇਖਦੇ ਹਾਂ ਕਿ ਜਾਂ ਤਾਂ ਉਹਨਾਂ ਨੂੰ ਪੇਸ਼ ਹੀ ਨਹੀਂ ਕੀਤਾ ਜਾਂਦਾ ਜਾਂ ਫਿਰ ਯਥਾਰਥ ਤੋਂ ਦੂਰ ਇੱਕ ਪਾਸੜ ਉਲਾਰ ਨਾ ਮੁਖੀ ਪੇਸ਼ਕਾਰੀ ਦੇ ਦਿੱਤੀ ਜਾਂਦੀ ਆ। ਇਸ ਤਰ੍ਹਾਂ ਹੋਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ। ਉਹ ਨਾ ਸਮਝੀ ਹੋ ਸਕਦੀ ਆ, ਉਹ ਮਿਹਨਤ ਦੀ ਕਮੀ ਹੋ ਸਕਦੀ ਆ, ਉਹ ਸ਼ਰਾਰਤ ਹੋ ਸਕਦੀ ਆ, ਉਹ ਜਾਣਬੁੱਝ ਕੇ ਕੰਮ ਦੁਨੀਆ ਨੂੰ ਸੰਚਾਰਨਾ ਹੋ ਸਕਦਾ। ਤੇ ਮੈਂ ਹਮੇਸ਼ਾ ਮਿਸਾਲ ਦਿੰਦਾ ਹੁੰਦਾ ਕਿ ਮੈਂ ਹਰਜੀਤ ਦੁਬਾਲ ਹੋਰਾਂ ਦੇ ਨਾਵਲ ਤੇ ਪੇਪਰ ਪੜ੍ਹਦੇ ਹੋਏ ਵੀ ਕਿਹਾ ਸੀ ਕਿ ਇਹਨਾਂ ਦੇ ਨਾਵਲਾਂ ਵਿੱਚ ਗੋਰੀਆਂ ਨੂੰ ਇਸ ਤਰ੍ਹਾਂ ਦਿਖਾਇਆ ਗਿਆ, ਗੋਰੀ ਔਰਤਾਂ ਨੂੰ, ਕਿ ਬਹੁਤ ਚਰਿੱਤਰਹੀਣ ਨੇ, ਜਦੋਂ ਮਰਜ਼ੀ ਜਿਸ ਵੀ ਬੰਦੇ ਨਾਲ ਇਹ ਸੰਬੰਧ ਬਣਾਉਣ ਲਈ ਤਿਆਰ ਹੋ ਜਾਂਦੀਆਂ ਨੇ।
ਤਾਂ ਉਹ ਇੱਕ ਤਰ੍ਹਾਂ ਦੀ ਜੁਗਤ ਵਰਤੀ ਗਈ ਕਿ ਅਸੀਂ ਪਾਠਕਾਂ ਨੂੰ ਇਸ ਤਰ੍ਹਾਂ ਦੀ ਚੀਜ਼ ਦੇ ਕੇ ਰੌਚਕਤਾ ਪੈਦਾ ਕਰ ਸਕੀਏ। ਈਵਨ ਜੇ ਕੋਈ ਬਹੁਤ ਮਤਲਬ ਕੋਸ਼ਿਸ਼ ਕਰਕੇ ਚੰਗੀ ਪੇਸ਼ਕਾਰੀ ਵੀ ਹੈ, ਉਹਦੇ ਵਿੱਚ ਵੀ ਵਿਚਾਰਧਾਰਕ ਟੇੜ ਜਿਹੜੀ ਆ ਉਹ, ਜਿਵੇਂ ਦਰਸ਼ਨ ਧੀਰ ਉਹਨਾਂ ਦਾ ਨਾਵਲ ਪੈੜਾਂ ਦੇ ਆਰ ਪਾਰ, ਉਹਦੇ ਵਿੱਚ ਬੜੀ ਚੰਗੀ ਕੋਸ਼ਿਸ਼ ਹੈ ਉਹ, ਪਰ ਅਲਟੀਮੇਟਲੀ ਲੇਖਕ ਇਹੀ ਸਿੱਧ ਕਰ ਦਿੰਦਾ ਕਿ ਉੱਥੋਂ ਦਾ ਕਲਚਰ, ਉੱਥੋਂ ਦੀਆਂ ਧਿਰਾਂ ਫਿਰ ਵੀ ਠੀਕ ਨਹੀਂ। ਚੰਗਾ ਹੁੰਦਾ ਜੇ ਉਸ ਨਾਵਲ ਦੀ ਪਾਤਰ ਨਵਜੋਤ ਇੱਧਰਲੀਆਂ ਕਦਰਾਂ ਕੀਮਤਾਂ ਨੂੰ ਅਪਣਾਈ ਰੱਖਦੀ। ਦੂਜੇ ਨੂੰ ਜ਼ੁਬਾਨ ਦੇਣੀ ਹਮੇਸ਼ਾ ਹੀ ਬਹੁਤ ਔਖਾ ਕੰਮ ਹੁੰਦਾ, ਦੂਜੇ ਨੂੰ ਸਮਝਣਾ ਬਹੁਤ ਔਖਾ ਹੁੰਦਾ, ਦੂਜੇ ਦੀ ਭਾਸ਼ਾ ਨੂੰ ਸਮਝਣਾ, ਉਹਦੀ ਮਾਨਵਤਾ ਨੂੰ ਸਮਝਣਾ ਬਹੁਤ ਔਖਾ ਹੁੰਦਾ। ਤੇ ਮੈਂ ਸਮਝਦਾ ਕਿ ਇਸ ਪੱਖੋਂ ਇਹ ਕਹਾਣੀਆਂ ਬਹੁਤ ਇੰਪੋਰਟੈਂਟ ਨੇ। ਇਹਦੇ ਵਿੱਚ ਬਹੁਤ ਸਾਰੀਆਂ ਕਹਾਣੀਆਂ ਦੇ ਵਿੱਚ ਜਿਹੜੇ ਦੂਸਰੇ ਪਾਤਰ ਪੇਸ਼ ਹੋਏ ਨੇ, ਉੱਥੋਂ ਦੇ ਪਾਤਰ ਪੇਸ਼ ਹੋਏ ਨੇ। ਤੇ ਇਹ ਜਿਹੜੇ ਪਾਤਰ ਨੇ, ਇਹ ਮਿਸਾਲ ਦੇ ਤੌਰ ਤੇ ਜਿਹੜੀ ਸਭ ਤੋਂ ਇੰਪੋਰਟੈਂਟ ਕਹਾਣੀ ਦਾ ਮੈਨੂੰ ਹੁਣ ਖਿਆਲ ਆ ਰਿਹਾ, ਉਸ ਦਾ ਨਾਂ ਕਹਾਣੀ, ਤੇ ਉਹ ਉਸ ਪਾਤਰ ਨੂੰ ਪੇਸ਼ ਹੀ ਨਹੀਂ ਕਰਦਾ, ਸਗੋਂ ਉਸ ਰਾਹੀਂ ਇੱਕ ਜ਼ਿੰਦਗੀ ਦੀ ਖੂਬਸੂਰਤੀ ਵੀ ਬਿਆਨ ਕਰਦਾ। ਤਾਂ ਉਹ ਬਹੁਤ ਚੰਗੀ ਪੇਸ਼ਕਾਰੀ ਹੀ ਕਾਫੀ ਨਹੀਂ ਹੁੰਦੀ, ਉਸ ਪਾਤਰ ਰਾਹੀਂ ਕਿਹਾ ਕੀ ਜਾ ਰਿਹਾ ਉਹ ਵੀ ਬਹੁਤ ਇੰਪੋਰਟੈਂਟ। ਤਾਂ ਇਹਨਾਂ ਪਾਤਰਾਂ ਰਾਹੀਂ ਖਾਸੀਆਂ ਇੰਪੋਰਟੈਂਟ ਗੱਲਾਂ ਕਹੀਆਂ ਗਈਆਂ ਨੇ। ਜਿਵੇਂ ਸੀਤੇ ਬੁੱਲ੍ਹਾਂ ਦਾ ਸੁਨੇਹਾ ਵਿਚਲਾ ਪਾਤਰ ਮੈਥਿਊ ਇਸ ਕਰਕੇ ਇੰਪੋਰਟੈਂਟ ਹੈ ਕਿ ਉਹਦੇ ਕਾਰਨ ਜਿਹੜੀ ਪਾਤਰ ਆ ਉਹ ਆਪਣੇ ਆਪ ਨੂੰ ਤਬਦੀਲ ਕਰਦੀ ਹੈ। ਇਸੇ ਤਰ੍ਹਾਂ ਕਰਜ਼ ਕਹਾਣੀ ਦੀ ਪਾਤਰ ਸੁਜੇਨ ਕਾਰਨ ਜਿਹੜਾ ਉਹ ਪਾਤਰ ਆ ਗਿਆਨ ਉੱਥੇ ਵਸਦਾ, ਜਾਂ ਅਰਥ ਗਵਾ ਚੁੱਕੇ ਬੋਲ ਦੀ ਪਾਤਰ ਕਿਮ ਆ, ਉਹਦੀ ਪੇਸ਼ਕਾਰੀ ਰਾਹੀਂ ਜਿਹੜਾ ਮੈਂ ਪਾਤਰ ਆ ਉਹਨੂੰ ਪਤਾ ਲੱਗਦਾ ਕਿ ਉਹ ਆਪ ਕਿੰਨਾ ਦੰਭੀ ਆ। ਜਾਂ ਲਿਜ਼ਾ ਕਹਾਣੀ ਦੀ ਪਾਤਰ ਲਿਜ਼ਾ, ਫੈਸਲਾ ਕਹਾਣੀ ਦੀ ਜਿਹੜੀ ਪਾਤਰ ਆ ਜਾਨ ਦੀ ਪਤਨੀ, ਜਿਹਨੂੰ ਦੇਖ ਕੇ ਉਹਨੂੰ ਫੈਸਲਾ ਕਰਨਾ ਸੌਖਾ ਹੋ ਜਾਂਦਾ, ਜਿਹਨੂੰ ਕਿਹਾ ਜਾਂਦਾ ਕਿ ਤੇਰੀ ਵਾਈਫ ਤਾਂ ਹੁਣ ਫਿਜ਼ੀਕਲੀ ਫਿਟ ਨਹੀਂ ਹੈਗੀ, ਉਹ ਠੀਕ ਨਹੀਂ, ਤੂੰ ਨਵਾਂ ਵਿਆਹ ਕਰਾ ਲਾ। ਤਾਂ ਜਦੋਂ ਜਾਨ ਦੀ ਪਤਨੀ ਨੂੰ ਮਿਲਦਾ ਤਾਂ ਉਹਨੂੰ ਲੱਗਦਾ ਕਿ ਮੈਨੂੰ ਫੈਸਲਾ ਕਰਨਾ ਸੌਖਾ ਹੋ ਗਿਆ। ਜਿਹੜੀ ਇਹ ਚੀਜ਼ ਆ ਕਿ ਇਹ ਮੈਂ ਸਮਝਦਾ ਕਿ ਬਹੁਤ ਠੋਸ ਰੂਪ ਦੇ ਵਿੱਚ ਪਹਿਲੀ ਵਾਰ ਵਾਪਰੀ ਹੈ ਕਿ ਤੁਸੀਂ ਦੂਜੇ ਦੇ ਰਾਹੀਂ ਜਾਂ ਉੱਥੋਂ ਦੇ ਵਸੇਬ ਦੀਆਂ ਕਦਰਾਂ ਕੀਮਤਾਂ ਦੇ ਰਾਹੀਂ, ਉੱਥੋਂ ਦੇ ਪਾਤਰਾਂ ਰਾਹੀਂ ਆਪਣੀ ਨੈਤਿਕਤਾ ਨੂੰ ਰੂਪਾਂਤਰਿਤ ਕਰਦੇ ਹੋ, ਆਪਣੇ ਹੋਣ ਨੂੰ ਰੂਪਾਂਤਰਿਤ ਕਰਦੇ ਹੋ, ਕਿ ਦੂਸਰੇ ਦੀ ਚੰਗਿਆਈ ਤੁਹਾਨੂੰ ਆਪਣੇ ਵਿੱਚ ਚੰਗਿਆਈ ਲਿਆਉਣ ਦੇ ਲਈ ਮਜਬੂਰ ਕਰਦੀ ਆ। ਇਸ ਕਾਰਨ ਇਹ ਜਿਹੜੀ ਚੀਜ਼ ਆ ਬਹੁਤ, ਜਿਵੇਂ ਆਪਾਂ ਜ਼ਿਕਰ ਕਰ ਹੀ ਚੁੱਕੇ ਆ ਜਿਹੜੀ ਸੀਤੇ ਬੁੱਲ੍ਹਾਂ ਦਾ ਸੁਨੇਹਾ ਦਾ, ਹਨਾ, ਜਾਂ ਇਸ ਤਰ੍ਹਾਂ ਦੀ ਹੋਰ, ਕਿ ਦੂਜੇ ਦਾ ਹੋਣਾ ਇਹਨਾਂ ਕਹਾਣੀ ਦੇ ਵਿੱਚ ਆਪਣੇ ਆਪ ਨੂੰ ਰੂਪਾਂਤਰਿਤ ਕਰਨ ਦੀ ਇੱਕ ਕੋਸ਼ਿਸ਼ ਆ। ਤੇ ਇਹ ਪ੍ਰਵਾਸ ਤੇ ਮੂਲ ਵਾਸ ਦਾ ਜਿਹੜਾ ਇਹ ਸੰਵਾਦ ਆ ਕਿ ਅਕਸਰ ਅਸੀਂ ਮੂਲ ਵਾਸ ਨੂੰ ਉਚਾਰਦੇ ਹਾਂ ਤੇ ਪ੍ਰਵਾਸੀ ਉੱਥੋਂ ਦੀਆਂ ਕਦਰਾਂ ਕੀਮਤਾਂ ਨੂੰ ਨਿੰਦਦੇ ਹਾਂ। ਤੇ ਇਹਦੇ ਵਿੱਚ ਪਹਿਲੀ ਵਾਰ ਇਹ ਚੀਜ਼ ਨਜ਼ਰ ਆਉਂਦੀ ਹੈ ਕਿ ਤੁਸੀਂ ਕਿਵੇਂ ਦੂਜੇ ਦੇ ਵਸੇਬ ਤੋਂ ਚੰਗੀਆਂ ਚੀਜ਼ਾਂ ਲੈ ਕੇ ਆਪਣੇ ਆਪ ਨੂੰ ਤਬਦੀਲ ਕਰ ਸਕਦੇ ਹੁੰਦੇ ਹੋ। ਜਿਵੇਂ ਉਨਾਬੀ ਕੋਟ ਕਹਾਣੀ ਆ, ਹਨਾ, ਉਨਾਬੀ ਕੋਟ ਦੇ ਵਿੱਚ ਉਸ ਬਜ਼ੁਰਗ ਔਰਤ ਦੀ ਜ਼ਿੰਦਗੀ ਸ਼ਾਇਦ ਇਦਾਂ ਹੀ ਗੁਜ਼ਰ ਜਾਂਦੀ ਜੇ ਉਹਨੂੰ ਉੱਥੇ ਇੱਕ ਆਇਰਿਸ਼ ਆਦਮੀ ਨਾ ਮਿਲਦਾ ਤੇ ਪਿਛਲੀ ਉਮਰੇ ਉਹ ਜੀਵਨ ਨੂੰ ਮੰਨਣ ਦੀ ਰੀਝ ਉਹਦੇ ਵਿੱਚ ਦੁਬਾਰੇ ਪੈਦਾ ਹੁੰਦੀ ਆ। ਤਾਂ ਇਹ ਵੀ ਇੱਕ ਨਵੀਂ ਚੀਜ਼ ਹੈ ਕਿ ਨਾ ਕੇਵਲ ਉਹਦੇ ਵਿੱਚ ਜਿਹੜੀਆਂ ਕਹਾਣੀਆਂ ਦੇ ਵਿੱਚ ਉਹਨਾਂ ਪਾਤਰਾਂ ਨੂੰ, ਅਦਰ ਨੂੰ ਠੀਕ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਹਾਂ ਮੁਖੀ ਰੂਪ ਦੇ ਵਿੱਚ ਪੇਸ਼ ਕਰੇ, ਸਗੋਂ ਉਹਨਾਂ ਦੇ ਹਵਾਲੇ ਆਪਣੀਆਂ ਕਦਰਾਂ ਕੀਮਤਾਂ ਨੂੰ, ਆਪਣੇ ਜਿਉਣ ਨੂੰ ਰੂਪਾਂਤਰਿਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਆ। ਇਸੇ ਤਰੀਕੇ ਨਾਲ ਜਦੋਂ ਮੈਂ ਕੁਝ ਕਹਾਣੀਆਂ ਹੋਰ ਦੇਖਦਾ ਤਾਂ ਉਹ ਕਹਾਣੀਆਂ ਮੈਨੂੰ ਇਸ ਕਰਕੇ ਇੰਪੋਰਟੈਂਟ ਲੱਗਦੀਆਂ ਨੇ ਕਿ ਉਹਨਾਂ ਦੇ ਵਿੱਚ ਜਿਹੜੇ ਅਨੁਭਵ ਪੇਸ਼ ਹੋਏ ਨੇ ਉਹ ਸਾਡੀ ਕਹਾਣੀ ਦੇ ਵਿੱਚ ਉਸ ਤਰ੍ਹਾਂ ਮੌਜੂਦ ਨਹੀਂ ਹੈਗੇ, ਨਾ ਮਾਤਰ ਰੂਪ 'ਚ ਮੌਜੂਦ ਨੇ ਜਾਂ ਹੈਗੇ ਹੀ ਨਹੀਂ ਹੈਗੇ। ਇੱਕ ਤਾਂ ਹੈਗਾ ਨਾ ਕਿ ਉੱਥੋਂ ਦੀ ਸਥਾਨਕਤਾ ਨੂੰ ਪੇਸ਼ ਕਰਨਾ, ਉਹ ਸਾਡੀ ਕਹਾਣੀ ਦੇ ਵਿੱਚ ਬਹੁਤ ਘੱਟ ਆ। ਮਿਸਾਲ ਦੇ ਤੌਰ ਤੇ ਜਿਹੜੀ ਕਰਜ਼ ਕਹਾਣੀ ਆ ਉਹਦੇ ਵਿੱਚ ਜਿਹੜਾ ਐਕਸਪੀਰੀਅੰਸ ਆ, ਜਿਹੜੀ ਉਹਦੇ ਵਿੱਚ ਸਥਾਨਕਤਾ, ਉਹ ਸਾਡੀ ਕਹਾਣੀ ਦੇ ਵਿੱਚ ਨਹੀਂ ਹੈਗੀ। ਉਹ ਕਹਾਣੀ ਪੱਛਮੀ ਜਰਮਨੀ ਦੇ ਇੱਕ ਇਲਾਕੇ ਦੇ ਵਿੱਚ ਘਟਦੀ ਆ ਤੇ ਉਹਦੇ ਵਿੱਚ ਸੈਕੰਡ ਵਰਲਡ ਵਾਰ ਦਾ ਜ਼ਿਕਰ ਆਉਂਦਾ, ਹਨਾ, ਤੇ ਕਿਵੇਂ ਜਿਹੜਾ ਉੱਥੇ ਇਹ ਅਨੁਭਵ ਆ ਕਿ ਉੱਥੇ ਜਿਹੜੀ ਰੂਸੀ ਸਿਪਾਹੀ ਮਰੇ ਨੇ, ਉਹਨਾਂ ਦੀ ਜਿਹੜੀਆਂ ਬਣਾਈਆਂ ਹੋਈਆਂ ਥਾਵਾਂ ਨੇ, ਉਹਨਾਂ ਤੋਂ ਫੁੱਲ ਲੈ ਕੇ ਉਹ ਆਪਣੀ ਜ਼ਿੰਦਗੀ ਨੂੰ ਜਿਉਣ ਜੋਗਾ ਬਣਾਉਂਦਾ, ਸੁਜੇਨ ਨੂੰ ਫੁੱਲ ਦਿੰਦਾ। ਤਾਂ ਇਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਉਹ ਸਾਡੀ ਕਹਾਣੀ ਦੇ ਵਿੱਚ ਬਹੁਤ ਘੱਟ ਪੇਸ਼ ਹੋਇਆ। ਇਹ ਵੱਖਰੇ ਤਰ੍ਹਾਂ ਦੇ ਐਕਸਪੀਰੀਅੰਸ ਕਰਕੇ ਇਹ ਚੀਜ਼ ਬਹੁਤ ਇੰਪੋਰਟੈਂਟ ਆ। ਮੈਨੂੰ ਕਹਾਣੀ ਦਾ ਇੱਕ ਸੰਵਾਦ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗਾ। ਇਸ ਤਰ੍ਹਾਂ ਦੀਆਂ ਕੁਝ ਲਾਈਨਾਂ ਵੀ ਇਹਨਾਂ ਕਹਾਣੀਆਂ ਚੋਂ ਲੱਭ ਸਕਦੇ ਜਿਹੜੇ ਤੁਹਾਨੂੰ ਬਹੁਤ ਚਿਰ ਲਈ ਯਾਦ ਰਹਿੰਦੀਆਂ ਨੇ।
ਤੇ ਉਹ ਲਾਈਨ ਇਸ ਤਰ੍ਹਾਂ ਦੀ ਹੈ ਕਿ ਜਦੋਂ ਉਹ ਤੋਂ ਮਤਲਬ ਇੱਥੇ ਸੁਜ਼ੇਨ ਆ, ਜਦੋਂ ਉਹ ਬਿਸ਼ਨ ਕਹਿ ਕੇ ਬੁਲਾਉਂਦੀ ਤਾਂ ਗਿਆਨ ਲਈ ਦੇਸ ਦਸੰਤਰ ਦੀਆਂ ਦੂਰੀਆਂ ਮਿਟ ਜਾਂਦੀਆਂ ਨੇ, ਕਿ ਕੇਵਲ ਨਾਂ ਦੇ ਵਿੱਚ ਇੰਨੀ ਪੜਾਕ ਹੁੰਦੀ ਹੈ। ਤੇ ਇਸ ਕਰਕੇ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਜਾਂ ਇਹ ਸ਼ਾਇਦ ਇਸੇ ਕਹਾਣੀ ਦਾ ਇਹ ਵਾਕ ਹੈ ਕਿ ਸਮਾਂ ਬਦਲਣ ਨਾਲ ਰਾਗ ਵੀ ਰੋਗ ਬਣ ਜਾਂਦਾ। ਤਾਂ ਇਹ ਕਹਾਣੀਆਂ ਵਿੱਚ ਕੁਝ ਤਰ੍ਹਾਂ ਤੁਸੀਂ ਇਸ ਤਰ੍ਹਾਂ ਦੇ ਐਕਸਪੀਰੀਅੰਸ ਵੀ ਲੱਭ ਸਕਦੇ ਹੋ ਜਿਹੜੇ ਆਮ ਬਹੁਤ ਦੂਜੀਆਂ ਕਹਾਣੀਆਂ ਵਿੱਚ ਪੇਸ਼ ਨਹੀਂ ਹੁੰਦੇ ਹੈਗੇ। ਇੱਕ ਦੋ ਗੱਲਾਂ ਹੋਰ ਕਿ ਹੁਣ ਪ੍ਰਵਾਸੀ ਸੰਵੇਦਨਾ ਵਾਲੀਆਂ ਕਹਾਣੀਆਂ, ਕਿਉਂਕਿ ਇਹ ਪ੍ਰਵਾਸੀ ਲੇਖਕ ਨੇ, ਭਾਵੇਂ ਕਹਾਣੀਆਂ ਵਿੱਚ ਸਾਰੀਆਂ ਚ ਪ੍ਰਵਾਸੀ ਸੰਵੇਦਨਾ ਨੇ, ਪਰ ਬਿਨਾਂ ਸ਼ੱਕ ਖੱਟੀ ਕਮਾਈ ਮੈਨੂੰ ਇਸ ਕਹਾਣੀ ਨੇ ਮੈਨੂੰ ਚੰਗਾ ਲੱਗਿਆ, ਭਾਵੁਕ ਤੌਰ ਤੇ ਤੁਹਾਨੂੰ ਅਪੀਲ ਕਰਦੀ ਹੈ ਕੋਈ ਚੀਜ਼, ਤੇ ਬਿਹਤਰੀਨ ਕਹਾਣੀ ਹੈ। ਇਹਦਾ ਜਿਹੜਾ ਅਨੁਭਵ ਆ ਉਹ ਇੰਨਾ ਪ੍ਰਮਾਣਿਕ ਤੇ ਸੱਚਾ ਕਿ ਤੁਹਾਨੂੰ ਮਤਲਬ ਦਿਲ ਨੂੰ ਧੂ ਪਾਉਂਦਾ ਕਿ ਉਹ ਜਦੋਂ ਘਰੋਂ ਜਾ ਰਿਹਾ ਤਾਂ ਜਿਹੜੇ ਉਹ ਪਾਲੇ ਘਰੋਂ ਜਾਣ ਦੇ ਕਿ ਮਾਂ ਪਿਤਾ ਜਾਂ ਜਿਹੜੇ ਪਿੰਡ ਦੇ ਲੋਕ ਨੇ ਜਾਂ ਰਿਸ਼ਤੇਦਾਰ ਨੇ ਉਹ ਕਿਵੇਂ ਹੁੰਗਾਰਾ ਭਰਦੇ ਨੇ ਨਾ, ਕਿ ਜਦੋਂ ਉਹ ਤੁਰਨ ਲੱਗਦਾ ਪਿਤਾ ਬਾਰ-ਬਾਰ ਕਹਿੰਦਾ ਕਿ ਵਾਪਸ ਆ ਜਾਓ ਤੇ ਮਾਂ ਕਹਿੰਦੀ ਹੈ ਥੋੜੀ ਦੇਰ ਹੋਰ ਨਾਲ ਤੁਰ ਲੈਣ ਦੇ। ਤਾਂ ਉਹ ਜਿਹੜੀ ਘਰ ਛੱਡਣ ਦੀ ਸੰਵੇਦਨਾ ਸੀ ਜਾਂ ਘਰ ਗਵਾ ਲੈਣ ਦਾ ਇੱਕ ਔਖ ਸੀ, ਜਿਹੜੀ ਇੱਕ ਸਾਡੀ ਪ੍ਰਵਾਸੀਆਂ ਦੀ ਇੱਕ ਬਹੁਤ ਵੱਡੀ ਪੀੜ੍ਹੀ ਨੇ ਹੰਢਾਈ, ਉਹ ਐਕਸਪੀਰੀਅੰਸ ਇਸ ਕਹਾਣੀ ਦੇ ਵਿੱਚ ਬਹੁਤ ਪ੍ਰਮਾਣਿਕਤਾ ਨਾਲ ਪੇਸ਼ ਹੋਇਆ। ਇਸੇ ਤਰ੍ਹਾਂ ਲੋਹ ਪੁਰਸ਼ ਦਾ ਮੈਂ ਜ਼ਿਕਰ ਕਰ ਸਕਦਾ ਕਿ ਪ੍ਰਵਾਸ ਨੇ ਸਾਨੂੰ ਬਹੁਤ ਕੁਝ ਦਿੱਤਾ ਨਹੀਂ ਹੈਗਾ, ਕਿ ਸਾਡੇ ਬੰਦੇ ਨੂੰ ਬੇਵਸ ਵੀ ਕਰਤਾ ਹੈ, ਕਿ ਉਸਨੂੰ ਲੱਗਦਾ ਕਿਸੇ ਵੇਲੇ ਉਸ ਪਾਤਰ ਨੂੰ ਕਿ ਮੈਂ ਸਾਰਾ ਕੁਝ ਠੀਕ ਕਰ ਲੂੰ, ਪਰ ਅਲਟੀਮੇਟਲੀ ਉਹ ਕੁਝ ਵੀ ਨਹੀਂ ਕਰ ਪਾਉਂਦਾ ਹੈਗਾ। ਇੱਕ ਚੀਜ਼ ਮੈਨੂੰ ਬਸ ਮੈਂ ਇੱਕ ਦੀ ਜਿਹੜੀ ਕਮੀ ਮੈਨੂੰ ਬਹੁਤ ਜ਼ਿਆਦਾ ਮਹਿਸੂਸ ਹੋਈ ਉਹਦਾ ਹੀ ਜ਼ਿਕਰ ਕਰਨਾ। ਇੱਕ ਮੈਨੂੰ ਮਹਿਸੂਸ ਹੋਇਆ ਕਿ ਇਹਨਾਂ ਕਹਾਣੀਆਂ ਦੇ ਵਿੱਚ ਜਿਹੜੇ ਮਰਦ ਨੇ, ਖਾਸ ਤੌਰ ਤੇ ਜਿਹੜੇ ਪ੍ਰਵਾਸੀ ਮਰਦ ਨੇ ਪੰਜਾਬੀ, ਉਹਨਾਂ ਦੀ ਪੇਸ਼ਕਾਰੀ ਥੋੜੀ ਨਾ ਜਾਣੇ ਕਿਉਂ ਮਤਲਬ ਥੋੜੀ ਨੈਗੇਟਿਵ ਹੋਈ ਹੈ। ਇੱਕ ਤਾਂ ਮੈਨੂੰ ਇਹ ਮਹਿਸੂਸ ਹੋਈ, ਦੂਸਰੀ ਮੈਨੂੰ ਇੱਕ ਜਿਹੜੀ ਕਹਾਣੀ ਆ ਉਹ ਕਮਜ਼ੋਰ ਥੋੜੀ ਲੱਗੀ, ਉਹ ਯੈਲੋ ਕੈਬ ਆ। ਇਹ ਨਹੀਂ ਹੈਗਾ ਕਿ ਇਸ ਤਰੀਕੇ ਨਾਲ ਵਾਪਰਦਾ ਨਹੀਂ ਹੈਗਾ, ਜ਼ਰੂਰ ਵਾਪਰਦਾ ਹੋਊਗਾ ਜਾਂ ਹੁੰਦਾ, ਪਰ ਉਹ ਜਿਹੜੇ ਦੋ ਮੇਲ ਪਾਤਰ ਨੇ ਉਹਨਾਂ ਦੀ ਮਾਨਸਿਕਤਾ ਤੋਂ ਬਿਨਾਂ ਇੱਕ ਪਾਸੜ ਬਣ ਗਈ ਕਿ ਉਹ ਇਸ ਤਰ੍ਹਾਂ ਕਰਦੇ ਹੋਏ ਕਿਹਨਾਂ ਦੁਬਧਾਵਾਂ ਦੇ ਵਿੱਚੋਂ ਲੰਘਦੇ ਹੋਣਗੇ, ਕੀ ਹੰਡਾਉਂਦੇ ਹੋਣਗੇ। ਜੇ ਉਹ ਜ਼ਿਕਰ ਪੇਸ਼ ਹੋ ਪਾਉਂਦਾ ਤਾਂ ਕਹਾਣੀ ਜ਼ਿਆਦਾ ਸਾਰਥਕ ਬਣਦੀ। ਹੁਣ ਉਹ ਕਹਾਣੀ ਇੱਕ ਪਾਸੜ ਮੈਨੂੰ ਥੋੜੀ ਨਜ਼ਰ ਆਉਂਦੀ ਆ। ਤਾਂ ਮੈਂ ਬਸ ਖਤਮ ਕਰਨ ਲੱਗਿਆ, ਕੁਝ ਤੁਹਾਡੇ ਅੰਤ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਭਾਵਨਾਵਾਂ ਜਾਂ ਜਿਹੜੀਆਂ ਮੇਰੀਆਂ ਧਾਰਨਾਵਾਂ ਨੇ, ਉਹ ਇਹ ਕਿ ਇਹਨਾਂ ਕਹਾਣੀਆਂ ਦੀ ਜਿਹੜੀ ਤਾਕਤ ਆ, ਮੈਂ ਸਮਝਦਾ ਕਿ ਉਹ ਜਿਹੜਾ ਇਮੋਸ਼ਨਸ ਦਾ ਇੱਕ ਪ੍ਰਵੇਸ਼ ਆ, ਜਿਹੜਾ ਚੁਗਿਰਦ ਆ ਜਿਹਦੇ ਵਿੱਚ ਕਹਾਣੀ ਵਾਪਰਦੀ ਆ, ਉਹਨੂੰ ਸਿਰਜਣ ਨਾਲ ਸੰਬੰਧਿਤ ਹੈ। ਜੇ ਕਹਾਣੀ ਤੁਹਾਨੂੰ ਭਾਵੁਕ ਤੌਰ ਤੇ ਅਪੀਲ ਨਹੀਂ ਕਰਦੀ, ਫਿਰ ਉਹ ਕੁਝ ਵੀ ਕਰੀ ਜਾਵੇ, ਉਹ ਕਹਾਣੀ ਇੰਪੋਰਟੈਂਟ ਨਹੀਂ ਹੋ ਸਕਦੀ। ਤਾਂ ਇਹ ਕਹਾਣੀਆਂ ਭਾਵੁਕ ਭਾਵਨਾਵਾਂ ਦੇ ਪ੍ਰਵੇਸ਼ ਨੂੰ ਸਿਰਜਣ ਦੇ ਵਿੱਚ ਮੈਂ ਸਮਝਦਾ ਕਿ ਸਫਲ ਨੇ, ਇਸੇ ਕਰਕੇ ਉਹ ਦਿਲ ਨੂੰ ਛੂੰਹਦੀਆਂ ਨੇ। ਇਹਨਾਂ ਦੀ ਭਾਸ਼ਾ ਵਿੱਚ ਪਾਤਰਾਂ ਦੀ ਆਵਾ ਦੇ ਵਿੱਚ ਭਾਵਨਾਵਾਂ ਦਾ ਆਵੇਸ਼ ਆ, ਪਰ ਇਹ ਗੱਲ ਵੀ ਆ ਕਿ ਉਪਭਾਵਕ ਨਹੀਂ ਹੈਗੀਆਂ, ਇਹ ਉਪਭਾਵਕਤਾ ਤੋਂ ਦੂਰ ਭਾਵਨਾਵਾਂ ਦੇ ਤੱਕ ਹੀ ਰਹਿੰਦੀਆਂ ਨੇ। ਇੱਕ ਗੱਲ ਹੋਰ ਕਿ ਇਹ ਕਹਾਣੀਆਂ ਸਮਕਾਲ ਦੀ ਚੌਧਰ ਨੂੰ ਚੁਣੌਤੀ ਹਨ। ਇਹ ਸਮਕਾਲ ਦੇ ਪ੍ਰਭਾਵੀ ਪ੍ਰਵਚਨ ਨੂੰ ਖੰਡਿਤ ਕਰਦੀਆਂ, ਇਹ ਦੱਸਦੀਆਂ ਨੇ ਕਿ ਜੀਵਨ ਇਸ ਤਰ੍ਹਾਂ ਵੀ ਜਿਉਇਆ ਜਾ ਸਕਦਾ। ਇਹ ਸਮਕਾਲ ਦੀ ਉਸ ਫਿਤਰਤ ਨੂੰ ਵੀ ਚੁਣੌਤੀ ਹਨ ਜਿਸ ਵਿੱਚ ਇੱਕ ਪਾਸੇ ਤਾਂ ਜ਼ਿੰਦਗੀ ਦੀ ਵਿਅਰਥਤਾ ਦਾ ਬੋਲਬਾਲਾ ਹੈ ਅਤੇ ਦੂਜੇ ਪਾਸੇ ਖਾਊ ਪੀਊ ਬਿਰਤੀ ਦੀ ਪ੍ਰਧਾਨਤਾ ਹੈ। ਜ਼ਿੰਦਗੀ ਦੀ ਵਿਅਰਥਤਾ ਅਤੇ ਜ਼ਿੰਦਗੀ ਜਿਉਣ ਦੇ ਵਿਚਕਾਰ ਜ਼ਿੰਦਗੀ ਕਿੱਥੇ ਕੀਮਤੀ ਹੈ ਉਸ ਦਾ ਪਤਾ ਇਹ ਕਹਾਣੀਆਂ ਦਿੰਦੀਆਂ ਹਨ। ਉਸ ਸਮਕਾਲ ਨੂੰ ਵੀ ਚੁਣੌਤੀ ਹੈ ਜਿਸ ਵਿੱਚ ਲੋਕ ਬਹੁਤ ਜ਼ਿਆਦਾ ਅੱਜ-ਕੱਲ ਬਹੁਤ ਊਣਾ ਬੋਲਦੇ ਨੇ, WhatsApp ਤੇ ਹਰ ਰੋਜ਼ ਬੋਲੀ ਜਾਂਦੇ ਆ। ਇਸ ਦੌਰ ਦੇ ਵਿੱਚ ਸ਼ਾਇਦ ਸਭ ਤੋਂ ਮੁਸ਼ਕਲ ਚੁੱਪ ਰਹਿਣਾ ਹੋ ਗਿਆ, ਤੇ ਜਾਂ ਉਸ ਤੋਂ ਵੀ ਮੁਸ਼ਕਲ ਕਿ ਤੁਸੀਂ ਸੋਚ ਸਕੋ ਆਰਾਮ ਨਾਲ ਬੈਠ ਕੇ ਤੇ ਤੁਸੀਂ ਕੁਝ ਚਿੰਤਨ ਕਰ ਸਕੋ। ਤਾਂ ਅਜਿਹੇ ਸਮਕਾਲ ਦੇ ਵਿੱਚ ਇਹ ਕਹਾਣੀਆਂ, ਇਹਨਾਂ ਕਹਾਣੀਆਂ ਦੇ ਪਾਤਰ, ਇਹਨਾਂ ਕਹਾਣੀਆਂ ਦੇ ਧੁਨੀਆਂ ਤੁਹਾਨੂੰ ਖਾਮੋਸ਼ ਰਹਿਣਾ ਸਿਖਾਉਂਦੇ ਨੇ। ਖਾਮੋਸ਼ੀ ਨਾਲ ਰਿਸ਼ਤਿਆਂ ਨੂੰ ਕਿਵੇਂ ਹੰਢਾਈਦਾ, ਖਾਮੋਸ਼ੀ ਨਾਲ ਜ਼ਿੰਦਗੀ ਕਿਵੇਂ ਹੰਢਾਈਦੀ ਆ, ਤਾਂ ਇਹ ਖਾਮੋਸ਼ੀ ਦਾ ਮਹੱਤਵ ਬਿਆਨ ਕਰਦੀਆਂ ਨੇ। ਚੁੱਪਚਾਪ ਜਰਨ ਤੇ ਮਹਿਸੂਸਣ ਦਾ ਅਮਲ ਇਹਨਾਂ ਵਿੱਚ ਦੇਖਿਆ ਜਾ ਸਕਦਾ। ਖਾਮੋਸ਼ੀ ਦੀ ਅਹਿਮੀਅਤ ਇਹਨਾਂ ਕਹਾਣੀਆਂ ਨਾਲ ਪੁਨਰ ਸਥਾਪਿਤ ਹੁੰਦੀ ਹੈ।
ਇੱਕ ਗੱਲ ਹੋਰ ਕਿ ਇਹ ਕਹਾਣੀਆਂ ਤੁਹਾਨੂੰ, ਇਹ ਕਹਾਣੀ ਦੇ ਅੰਤ ਤੁਹਾਨੂੰ ਅਚੰਭਤ ਨਹੀਂ ਕਰਦੇ ਹੈਗੇ। ਜਿਸ ਤਰ੍ਹਾਂ ਡਾਕਟਰ ਰਾਹੀ ਕਹਿੰਦੇ ਹੁੰਦੇ ਸੀ ਕਿ ਕਹਾਣੀ ਦਾ ਅੰਤ ਇਸ ਤਰ੍ਹਾਂ ਹੁੰਦਾ ਕਿ ਤੁਹਾਨੂੰ ਸਭ ਕੁਝ ਪਹਿਲਾਂ ਲੁਕੋਇਆ ਗਿਆ ਤੇ ਅੰਤ ਦੇ ਵਿੱਚ ਇਹਦਾ ਅਨਾਰ ਫਟ ਜਵੇ ਤੇ ਸਾਰਾ ਕੁਝ ਰੌਸ਼ਨ ਹੋ ਜਵੇ। ਤਾਂ ਕਹਾਣੀਆਂ ਉਸ ਤਰ੍ਹਾਂ ਨਹੀਂ ਹੈਗੀਆਂ। ਇਹ ਕਹਾਣੀ ਚੱਲਦੀ ਚੱਲਦੀ ਇੱਕ ਪੜਾਅ ਤੇ ਜਾ ਕੇ ਖਤਮ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਹੋਣਾ ਵੀ ਤੁਹਾਨੂੰ ਕਹਾਣੀ ਦੇ ਨਾਲ ਜ਼ਿਆਦਾ ਸੋਚਵਾਨ ਜੁੜਨ ਲਈ ਕੋਸ਼ਿਸ਼ ਕਰਨ ਲਈ ਕਹਿੰਦਾ। ਇਹ ਵੀ ਇੱਕ ਵੱਖਰੀ ਤਰ੍ਹਾਂ ਦੀ ਚੀਜ਼ ਆ। ਅੰਤਿਮ ਟਿੱਪਣੀ ਇਹ ਕਿ ਇਹ ਕਹਾਣੀਆਂ ਇੱਕ ਤਰ੍ਹਾਂ ਸਾਡੀ ਕਲਚਰਲ ਹਿਸਟਰੀ ਮੰਨੀਆਂ ਜਾ ਸਕਦੀਆਂ, ਸਾਡਾ ਸੱਭਿਆਚਾਰਕ ਇਤਿਹਾਸ ਦਾ ਅੰਸ਼ ਨੇ। ਇਹਨਾਂ ਵਿੱਚ ਬੀਤ ਗਏ ਪਰ ਬਹੁਤ ਹੀ ਅਹਿਮ ਜੀਵਨ ਦੇ ਨਕਸ਼ ਹਨ। ਲੋਕ ਇਉਂ ਵੀ ਜਿਉਂਦੇ ਹੁੰਦੇ ਸਨ, ਇਹ ਸੁਝਾਉਂਦਾ ਹੈ, ਇਹ ਦੱਸਣਾ ਹੈ, ਇਸ ਪਾਸੇ ਸੰਕੇਤ ਕਰਦਾ ਕਿ ਇਉਂ ਵੀ ਜਿਉਇਆ ਜਾ ਸਕਦਾ। ਬਹੁਤ ਬਹੁਤ ਸ਼ੁਕਰੀਆ। ਬਹੁਤ